ਇਹ ਸਾਰੇ ਭਰਾ ਆਪਦੇ ਕੰਮਾਂ ਵਾਸਤੇ ਆਏ ਹੋਏ ਹੈ ਕਿਉਂਕਿ ਸਰਕਾਰ ਬਦਲੀ ਹੈ। ਸਾਰਿਆਂ ਨੂੰ ਇੱਕ ਉਮੀਦ ਹੈ ਕਿ ਇੱਥੇ ਕੰਮ ਹੁੰਦੇ ਹੈ ਤਾਂ ਹੋ ਵੀ ਰਹੇ ਹੈ। ਤੁਸੀਂ ਇਹਨਾਂ ਤੋਂ ਵਿਊ ਲਓ ਸਾਰਿਆਂ ਤੋਂ। ਦੇਖੋ ਮੈਂ ਜਦੋਂ ਚੁਣਾਵ ਲੜ ਰਿਹਾ ਸੀ ਅਵਤਾਰ ਜੀ, ਮੈਂ ਉਦੋਂ ਵੀ ਸਾਰੇ ਭੈਣਾਂ ਭਰਾਵਾਂ ਨੂੰ ਕਿਹਾ ਸੀ ਕਿ ਮੈਂ ਹਾਰਾਂ ਭਾਵੇਂ ਜਿੱਤਾਂ, ਮੈਂ ਤੁਹਾਡੇ ਵਿੱਚ ਰਵਾਂਗਾ। ਮੈਂ ਪਿੰਡ ਦੀ ਪੰਚਾਇਤ ਦੀ ਚੋਣ ਲੜੀ, ਮੈਂ ਉਦੋਂ ਵੀ ਕਿਹਾ ਸੀ ਮੈਂ ਹਾਰਾਂ ਭਾਵੇਂ ਜਿੱਤਾਂ, ਤੁਹਾਡਾ ਕੰਮ ਨਹੀਂ ਖੜਨ ਦਿੰਦਾ, ਵਿੱਚ ਰਹੂੰ। ਲੋਕਾਂ ਨੇ 45,000 ਵੋਟਾਂ ਪਾ ਕੇ ਬੋਰ ਹਲਕੇ ਦੇ ਲੋਕਾਂ ਨੇ ਇੰਨਾ ਮਾਣ ਸਤਿਕਾਰ ਤੇ ਪਿਆਰ ਦਿੱਤਾ ਹੈ ਤੇ ਮੈਂ ਉਦੋਂ ਵੀ ਕਿਹਾ ਸੀ ਜਿੰਨਾ ਪਿਆਰ ਤੁਸੀਂ ਦੇ ਰਹੇ ਹੋ ਇਲੈਕਸ਼ਨ ਤੋਂ ਬਾਅਦ ਦੁੱਗਣਾ ਚੌਗਣਾ ਕਰਕੇ ਮੋੜਾਂਗਾ। 25 ਦਿਨ ਹੋ ਗਏ ਹੋਣੇ ਐ ਉਦੋਂ ਤੋਂ ਲੈ ਕੇ ਅੱਜ ਤੱਕ। ਮੈਂ ਦਫ਼ਤਰ ਦੇ ਵਿੱਚ ਬੈਠਾ, ਸਾਰੀ ਸਾਡੀ ਟੀਮ ਇੱਥੇ ਬੈਠਦੀ ਹੈ। ਹਰ ਤਰ੍ਹਾਂ ਦਾ ਕੰਮ, ਕਿਸੇ ਦਾ ਕੋਈ ਵੀ ਕੰਮ ਹੈ ਬਿਨਾਂ ਪੱਖਪਾਤ। ਅਸੀਂ ਕਿਸੇ ਨੂੰ ਇਹ ਨਹੀਂ ਪੁੱਛਦੇ ਤੂੰ ਅਕਾਲੀ ਹੈ, ਕਾਂਗਰਸੀ ਹੈ, ਬੀਜੇਪੀ ਹੈ, ਕਿੱਥੋਂ ਆਇਆ ਕਿੱਥੋਂ ਨਹੀਂ। ਪੰਜਾਬ 'ਚ ਆਪ ਦੀ ਸਰਕਾਰ ਬਣਨ ਤੋਂ ਬਾਅਦ ਬਦਲਾਵ ਸਾਫ਼ ਦੇਖਿਆ ਜਾ ਸਕਦਾ ਹੈ ਤੇ ਲੋਕਾਂ ਦੀ ਜਿਹੜੀ ਉਮੀਦ ਹੈ ਉਹ ਇਹਨਾਂ ਦੇ ਆਪ ਦੇ ਹਾਰੇ ਹੋਏ ਉਮੀਦਵਾਰਾਂ ਤੋਂ ਵੀ ਹੈ। ਅਸੀਂ ਇਸ ਸਮੇਂ ਮੌਜੂਦ ਹਾਂ ਅਬੋਹਰ ਤੋਂ ਆਪ ਦੇ ਹਲਕਾ ਪ੍ਰਭਾਰੀ ਕੁਲਦੀਪ ਕੁਮਾਰ ਦੀਪ ਕੰਬੋਜ ਦੇ ਦਫ਼ਤਰ ਦੇ ਬਾਹਰ। ਬੇਸ਼ੱਕ ਇਹ ਚੋਣ ਜ਼ਰੂਰ ਹਾਰ ਗਏ, ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੀ ਜਿਹੜੇ ਲੋਕ ਇੱਥੇ ਪਹੁੰਚ ਰਹੇ ਹੈ। ਮੋਟਰਸਾਈਕਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਦੇ ਮੋਟਰਸਾਈਕਲ ਇੱਥੇ ਖੜੇ ਹੈ, ਜਿਸ ਤੋਂ ਲੱਗਦਾ ਹੈ ਕਿ ਲੋਕਾਂ ਨੂੰ ਇੱਕ ਉਮੀਦ ਹੈ ਕਿ ਆਪ ਦੀ ਸਰਕਾਰ ਹੈ ਜਾਂ ਫਿਰ ਦੀਪ ਕੰਬੋਜ ਹੈ, ਇਹ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨਗੇ ਅਤੇ ਇੱਕ ਬਦਲਾਵ ਜ਼ਰੂਰ ਲੈ ਕੇ ਆਣਗੇ। ਤੇ ਆਪਾਂ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ, ਹਾਲਾਤ ਕਿਸ ਤਰ੍ਹਾਂ ਦੇ ਹੈ, ਰਿਐਲਿਟੀ ਚੈੱਕ ਕਰ ਰਹੇ ਹਾਂ ਕਿ ਅਸਲ 'ਚ ਕੀ ਹੈ। ਮੋਟਰਸਾਈਕਲ ਤੇ ਜੋ ਲੋਕ ਆਏ ਨੇ ਇਹ ਇਹਨਾਂ ਦੇ ਪਾਰਟੀ ਵਰਕਰ ਹੈ ਜਾਂ ਫਿਰ ਲੋਕ ਜਿਹੜੇ ਹੈ ਆਪਣੇ ਕੰਮਕਾਜ ਕਰਾਉਣ ਵਾਸਤੇ ਆਏ। ਤੇ ਆਓ ਆਪਾਂ ਅੰਦਰ ਦੇ ਹਾਲਾਤ ਦੇਖਦੇ ਕੀ ਹੈ। ਬਿਲਕੁਲ ਅਸੀਂ ਦਫ਼ਤਰ ਦੇ ਅੰਦਰ ਪਹੁੰਚ ਚੁੱਕੇ ਹਾਂ। ਕਾਫੀ ਜਿਹੜੀ ਲੋਕਾਂ ਦਾ ਜਿਹੜਾ ਹੈਗਾ ਜਮਾਵੜਾ ਇੱਥੇ ਲੱਗਿਆ ਹੋਇਆ ਹੈ। ਦੀਪ ਕੰਬੋਜ ਵੀ ਇੱਥੇ ਬੈਠੇ ਹੋਏ ਆ। ਲੋਕ ਮੇਰੇ ਖਿਆਲ 'ਚ ਕੋਈ ਇਹਨਾਂ ਤੋਂ ਕੰਮ ਕਰਵਾ ਰਹੇ, ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਕਿ ਲੋਕ ਕੰਮ ਕਰਵਾਉਣਾ ਹੈ ਜਾਂ ਫਿਰ ਇਹਨਾਂ ਦੇ ਜਿਹੜੇ ਪਾਰਟੀ ਦੇ ਵਰਕਰ ਹੀ ਹੈਗੇ। ਦੀਪ ਕੰਬੋਜ ਵੀ ਮੇਰੇ ਖਿਆਲ 'ਚ ਕਿਸੇ ਪੱਤਰ ਤੇ ਸਾਈਨ ਵੀ ਕਰ ਰਹੇ ਆ। ਹਾਂਜੀ ਦੀਪ ਜੀ, ਕੀ ਹਾਲ ਹੈ? ਵਧੀਆ ਸਰ, ਵਧੀਆ, ਬਹੁਤ ਵਧੀਆ। ਹਾਂਜੀ ਸਰ, ਅਸੀਂ ਤਾਂ ਇਹ ਚੈੱਕ ਕਰਨ ਆਏ ਸੀ ਕਿ ਕੰਮ ਕਰ ਰਹੇ ਹੋ ਜਾਂ ਫਿਰ ਤੁਹਾਡੇ ਪਾਰਟੀ ਦੇ ਜਿਹੜੇ ਵਰਕਰ ਹੀ ਇੱਥੇ ਪਹੁੰਚੇ ਹੋਏ ਆ ਸਾਰੇ? ਨਹੀਂ, ਵਰਕਰ ਤਾਂ ਸਾਰੇ ਵਾਰਡਾਂ 'ਚ ਆਪਦਾ ਕੰਮ ਸੰਭਾਲ ਰਹੇ ਆ। ਇਹ ਸਾਰੇ ਭਰਾ ਆਪਦੇ ਕੰਮਾਂ ਵਾਸਤੇ ਆਏ ਹੋਏ ਹੈ ਕਿਉਂਕਿ ਸਰਕਾਰ ਬਦਲੀ ਹੈ। ਸਾਰਿਆਂ ਨੂੰ ਇੱਕ ਉਮੀਦ ਹੈ ਕਿ ਇੱਥੇ ਕੰਮ ਹੁੰਦੇ ਹੈ ਤਾਂ ਹੋ ਵੀ ਰਹੇ ਹੈ। ਤੁਸੀਂ ਇਹਨਾਂ ਤੋਂ ਵਿਊ ਲਓ ਸਾਰਿਆਂ ਤੋਂ। ਲੋਕਾਂ ਨੂੰ ਉਮੀਦ ਹੁੰਦੀ ਹੈ ਕਿ ਜਿਹੜੇ ਜਿੱਤ ਜਾਂਦੇ ਆ ਜਿਹੜੇ ਉਮੀਦਵਾਰ, ਉਹਨਾਂ ਤੱਕ ਉਮੀਦ ਹੁੰਦੀ ਹੈ, ਲੇਕਿਨ ਉਹ ਵੀ ਜਿਹੜੇ ਉਹਨਾਂ ਦੀ ਉਮੀਦਾਂ ਤੇ ਖਰਾ ਨਹੀਂ ਉਤਰਦੇ। ਤੁਸੀਂ ਬੇਸ਼ੱਕ ਚੋਣ ਹਾਰ ਗਏ ਤੇ ਲੇਕਿਨ ਫਿਰ ਵੀ ਦੇਖ ਰਹੇ ਆ ਕਿ ਲੋਕ ਤੁਹਾਡੇ ਨਾਲ ਬਹੁਤ ਜੁੜੇ ਆ। ਉਹਨਾਂ ਨੂੰ ਇੱਕ ਉਮੀਦ ਹੈ ਕਿ ਸ਼ਾਇਦ ਉਹਨਾਂ ਤੱਕ ਜਾਵਾਂਗੇ ਤੇ ਕੰਮ ਹੋਊਗਾ। ਕੀ ਮੰਨਦੇ? ਦੇਖੋ ਮੈਂ ਜਦੋਂ ਚੁਣਾਵ ਲੜ ਰਿਹਾ ਸੀ ਅਵਤਾਰ ਜੀ, ਮੈਂ ਉਦੋਂ ਵੀ ਸਾਰੇ ਭੈਣਾਂ ਭਰਾਵਾਂ ਨੂੰ ਕਿਹਾ ਸੀ ਕਿ ਮੈਂ ਹਾਰਾਂ ਭਾਵੇਂ ਜਿੱਤਾਂ, ਮੈਂ ਤੁਹਾਡੇ ਵਿੱਚ ਰਵਾਂਗਾ। ਮੈਂ ਪਿੰਡ ਦੀ ਪੰਚਾਇਤ ਦੀ ਚੋਣ ਲੜੀ, ਮੈਂ ਉਦੋਂ ਵੀ ਕਿਹਾ ਸੀ ਮੈਂ ਹਾਰਾਂ ਭਾਵੇਂ ਜਿੱਤਾਂ, ਤੁਹਾਡਾ ਕੰਮ ਨਹੀਂ ਖੜਨ ਦਿੰਦਾ, ਵਿੱਚ ਰਹੂੰ। ਅੱਜ ਲੋਕਾਂ ਨੇ 45,000 ਵੋਟਾਂ ਪਾ ਕੇ ਬੋਰ ਹਲਕੇ ਦੇ ਲੋਕਾਂ ਨੇ ਇੰਨਾ ਮਾਣ ਸਤਿਕਾਰ ਤੇ ਪਿਆਰ ਦਿੱਤਾ ਹੈ ਤੇ ਮੈਂ ਉਦੋਂ ਵੀ ਕਿਹਾ ਸੀ ਜਿੰਨਾ ਪਿਆਰ ਤੁਸੀਂ ਦੇ ਰਹੇ ਹੋ ਇਲੈਕਸ਼ਨ ਤੋਂ ਬਾਅਦ ਦੁੱਗਣਾ ਚੌਗਣਾ ਕਰਕੇ ਮੋੜਾਂਗਾ। ਉਸੇ ਕੜੀ ਤਹਿਤ ਮੈਂ ਇੱਥੇ ਬੈਠਾ। ਜਿੱਦਣ ਦਾ ਰਿਜ਼ਲਟ ਆਇਆ ਉਦੋਂ ਸ਼ਾਮ ਨੂੰ ਧੰਨਵਾਦੀ ਦੌਰਾ ਸਭ ਤੋਂ ਪਹਿਲਾਂ ਪੰਜਾਬ 'ਚ ਮੈਂ ਕੀਤਾ ਸੀ, ਮੇਰੀ ਟੀਮ ਨੇ ਕੀਤਾ ਸੀ, ਹਾਰਨ ਤੋਂ ਬਾਅਦ ਵੀ। ਤਾਂ ਉਸ ਤੋਂ ਬਾਅਦ ਅਗਲੇ ਦਿਨ ਤੋਂ ਅੱਜ ਤੱਕ, ਅੱਜ ਮੈਨੂੰ ਲੱਗਦਾ 25 ਦਿਨ ਹੋ ਗਏ ਹੋਣੇ ਆ ਉਦੋਂ ਤੋਂ ਲੈ ਕੇ ਅੱਜ ਤੱਕ। ਮੈਂ ਦਫ਼ਤਰ ਦੇ ਵਿੱਚ ਬੈਠਾ, ਸਾਰੀ ਸਾਡੀ ਟੀਮ ਇੱਥੇ ਬੈਠਦੀ ਹੈ। ਹਰ ਤਰ੍ਹਾਂ ਦਾ ਕੰਮ, ਕਿਸੇ ਦਾ ਕੋਈ ਵੀ ਕੰਮ ਹੈ ਬਿਨਾਂ ਪੱਖਪਾਤ। ਅਸੀਂ ਕਿਸੇ ਨੂੰ ਇਹ ਨਹੀਂ ਪੁੱਛਦੇ ਤੂੰ ਅਕਾਲੀ ਹੈ, ਕਾਂਗਰਸੀ ਹੈ, ਬੀਜੇਪੀ ਹੈ, ਕਿੱਥੋਂ ਆਇਆ ਕਿੱਥੋਂ ਨਹੀਂ। ਜੇ ਉਹਦਾ ਕੰਮ ਜਾਇਜ਼ ਹੈ ਤਾਂ ਹੋਏਗਾ, ਨਜਾਇਜ਼ ਹੈ ਤਾਂ ਨਹੀਂ ਹੋਏਗਾ। ਅਧਿਕਾਰੀਆਂ ਨੂੰ ਵੀ ਬੇਨਤੀ ਕੀਤੀ ਹੈ, ਜਿੱਥੇ ਸਾਡੀ ਲੋੜ ਪੈਂਦੀ ਹੈ ਫੋਨ ਕਰਕੇ ਕਹਿਣਾ ਪੈਂਦਾ ਹੈ ਜਾਂ ਕੋਈ ਐਪਲੀਕੇਸ਼ਨ ਹੈ ਜਿਵੇਂ ਬਹੁਤ ਆਉਂਦੀਆਂ ਹੈ ਤਾਂ ਜਿੰਨਾ ਵੀ ਕੰਮ ਹੈ ਸਾਰਾ ਆਪ ਚੈੱਕ ਕਰਕੇ ਫਿਰ ਮੇਨ ਕਿਸ ਤਰ੍ਹਾਂ ਦੀ ਜਿਹੜੀ ਐਪਲੀਕੇਸ਼ਨਸ ਆ ਰਹੀ ਹੈ, ਇਹ ਲੋਕਾਂ ਦੀ ਸਮੱਸਿਆ ਕੀ ਰਹੀ ਹੈ? ਮੇਨ ਥਾਣਿਆਂ ਦੇ ਕੇਸਿਸ ਬਹੁਤ ਸਾਰੇ ਆ ਰਹੇ ਹੈ। ਮੈਨੂੰ ਇਹ ਕਹਿਣ 'ਚ ਕੋਈ ਹਰਜ ਨਹੀਂ ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੂੰ ਜਿਹੜਾ ਹਾਈਜੈਕ ਕੀਤਾ ਹੋਇਆ ਸੀ ਪੋਲੀਟੀਕਲ ਲੀਡਰਾਂ ਨੇ, ਤਾਂ ਜੇ ਕੋਈ ਗਰੀਬ ਬੰਦਾ ਹੁੰਦਾ ਸੀ ਉਹਦੇ ਨਾਲ ਧੱਕਾ ਵੀ ਹੋਇਆ ਹੁੰਦਾ ਸੀ, ਪਰਚਾ ਵੀ ਉਹਦੇ ਤੇ ਹੁੰਦਾ ਸੀ। ਤਾਂ ਹੁਣ ਜਿਹੜਾ ਲੋਕਾਂ ਨੂੰ ਮਹਿਸੂਸ ਹੋ ਰਿਹਾ ਕਿ ਥੋੜੀ ਅਕਸਰ ਹੀ ਝਿਜਕਦੇ ਸੀਗੇ ਕਿ ਥਾਣੇ ਦੇ ਵਿੱਚ ਜਾਣ ਲਈ ਉਹਨਾਂ ਨੂੰ ਇੱਕ ਪੰਜਾਬੀ ਦਾ ਇੱਕ ਸ਼ਬਦ ਹੈ ਦਲਾਲ ਕੋਈ ਲੱਭਣਾ ਪੈਂਦਾ ਸੀ। ਹਾਂਜੀ ਬਿਲਕੁਲ, ਹੁਣ ਸਾਰਾ ਕੁਝ ਡਾਇਰੈਕਟ ਕਰਤਾ ਹੈ। ਮੈਂ ਸਾਰੇ ਹਲਕਾ ਨਿਵਾਸੀਆਂ ਨੂੰ, ਸ਼ਹਿਰ ਵਾਸੀਆਂ ਨੂੰ, ਲੋਕਾਂ ਨੂੰ ਵੀ ਬੇਨਤੀ ਕੀਤੀ, ਆਹ ਦਫ਼ਤਰ ਹੈ ਅੱਜ ਵੀ ਖੁੱਲਾ ਹੈ, 5 ਸਾਲ ਖੁੱਲਾ ਰਹੂਗਾ। ਇੱਥੇ ਬੈਠੇ ਆ, ਕਿਸੇ ਨੂੰ ਵਿੱਚ ਪਾਉਣ ਦੀ ਲੋੜ ਨਹੀਂ, ਕਿਸੇ ਨੂੰ ਨਾਲ ਲਿਆਉਣ ਦੀ ਲੋੜ ਨਹੀਂ, ਸਿੱਧਾ ਬੈਠੇ ਆ, ਕੋਈ ਮਰਜ਼ੀ ਆ ਕੇ ਮਿਲ ਸਕਦਾ। ਕੀ ਹੈ ਕਿ ਜੀ ਤੁਸੀਂ ਕੀ ਸਮੱਸਿਆ ਲੈ ਕੇ ਆਏ ਹੋ ਭਾਈ ਜੀ? ਸਮੱਸਿਆ ਜੀ ਮੇਰੀ ਹੈ 15 ਤਰੀਕ ਨੂੰ ਲੁੱਟਪਾਟ ਹੋਈ ਹੈ ਮੇਰੀ। ਅੱਛਾ ਜੀ। ਮਟਰ ਲੈ ਕੇ ਗਏ ਸੀ ਨਿਆਲ ਖੇੜੇ, ਵਪਾਰੀ ਨੇ ਲਾਏ ਸੀ। 10:15 ਵਜੇ ਚੂੜੀ ਵਾਲਾ ਤੰਨਾ ਤੇ ਨਿਆਲ ਖੇੜੇ ਦੇ ਵਿਚਾਲੇ 10:15 ਵਜੇ ਹਥਿਆਰ ਲੈ ਕੇ 4 ਬੰਦੇ, ਸਵਿਫਟ ਕਾਰ ਸੀ ਚਿੱਟੇ ਰੰਗ ਦੀ, ਤੇ ਉਹਨਾਂ ਨੇ ਲੁੱਟਿਆ, ਜੇਬ ਪਾੜ ਕੇ ਲੈ ਗਏ। ਤੇ ਫਿਰ ਪੁਲਿਸ ਕੋਲੇ ਗਏ? ਹਾਂ ਗਏ ਆ ਜੀ, FIR ਕਰਾਈ ਹੈ ਖੂਹੀ ਖੇੜਾ ਨੂੰ, ਉਹਨਾਂ ਨੇ ਅਜੇ ਕੋਈ ਕਾਰਵਾਈ ਨਹੀਂ ਕੀਤੀ। ਹਾਂਜੀ
ਤੁਸੀਂ ਕੀ ਸਮੱਸਿਆ ਲੈ ਕੇ ਆਏ ਹੋ? ਮੇਰੀ ਸਮੱਸਿਆ ਇਹ ਹੈ ਜੀ, ਮੈਨੂੰ 40 ਸਾਲ ਹੋ ਗਏ ਜਾਖੜਾਂ ਨੂੰ ਵੋਟਾਂ ਪਾਉਂਦਿਆਂ ਨੂੰ। ਮੈਂ ਗਰੀਬ ਬੰਦਾ ਜੀ, ਮੇਰੇ ਕੋਲ ਕੁੜੀਆਂ ਹੈਗੀਆਂ ਜੀ। ਮੇਰਾ ਇਹਨਾਂ ਕੋਈ ਮਸਲਾ ਹੱਲ ਨਹੀਂ ਕੀਤਾ। ਮੇਰਾ ਹੁਣ ਮਕਾਨ ਪਾਟ ਗਿਆ ਸੀ, 5 ਸਾਲ ਮੈਨੂੰ ਹੋਰ ਰੋਕੀ ਆਏ ਨੇ। ਮੇਰਾ ਕੋਈ ਮਕਾਨ ਨਹੀਂ ਬਣਾਇਆ, ਨਾ ਕੋਈ ਕੁਛ ਨਹੀਂ ਪਾਇਆ। ਦਿੱਤੇ ਸੀਗੇ ਸਰਕਾਰ ਨੇ ਪਹਿਲਾਂ ਮਕਾਨ ਵੀ ਦਿੱਤੇ ਸੀਗੇ। ਆਹ ਦਿੱਤੇ ਸੀ, ਪਰ ਮੇਰਾ ਪਿੰਡ ਵਾਲਾ ਕੋਈ ਮਸਲਾ ਹੱਲ ਨਹੀਂ ਕੀਤਾ। ਇਹਨਾਂ 5 ਕਮੇਟੀ ਬਣਾਈ, ਉਹ ਆਪ ਹੀ ਮੈਂਬਰ ਖਾ ਖੂ ਗਏ ਜੀ। ਕੋਈ ਗਰੀਬਾਂ ਦਾ ਮਸਲਾ ਹੱਲ ਨਹੀਂ ਹੋਇਆ ਜੀ। ਮੈਂ ਹੁਣ ਲੱਗਦਾ ਕਿ ਇਸ ਵਾਸਤੇ ਮੈਂ ਹੁਣ ਆਦੇ ਬਾਈ ਨਾਲ ਜੁੜਿਆ, ਕੇਜਰੀਵਾਲ ਨਾਲ। ਮੈਨੂੰ ਪੂਰੀ ਉਮੀਦ ਹੈ ਵੀ ਮੇਰਾ ਕੰਮ ਹੋ ਜਾਊਗਾ ਜੀ। ਧੰਨਵਾਦ ਜੀ। ਸਬਰ ਕਰੋ, ਬਿਲਕੁਲ ਤੁਸੀਂ ਆਏ ਤਾਂ ਹੋਏਗਾ। ਹਾਂ। ਜਿਵੇਂ ਇਹਨਾਂ ਨੇ ਦਾਅਵਾ ਵੀ ਕੀਤਾ ਹੈ ਆਪਨੇ। ਆਓ, ਮੈਨੂੰ ਦਾਅਵਾ ਕੀਤਾ। ਮੇਰੇ ਸਹੁਰੇ ਹੈਗੇ ਗਿੱਦੜਾਲੀ, ਰਾਤ 8 ਵਜੇ ਇਹਨੂੰ ਤੋਲਿਆ ਇਹਨੇ ਆਪਣੇ ਦੀਪ ਨੂੰ। ਉੱਥੋਂ ਹੋ ਕੇ ਫਿਰ ਸਾਡੇ ਪਿੰਡ ਇੱਥੇ ਤੋਲਿਆ ਸੀ। ਬਹੁਤ ਜਨਤਾ ਨੇ ਧੰਨਵਾਦ ਕੀਤਾ। ਨਾਲੇ 10-11 ਵੱਜ ਜਾਂਦੇ ਸੀ ਇਹਨੂੰ ਘਰੋਂ ਪਿੰਡ ਨਿਕਲਦਿਆਂ ਹੀ। ਮੈਨੂੰ ਹੁਣ ਪੂਰੀ ਉਮੀਦ ਹੈ ਵੀ ਮੇਰਾ ਕੰਮ ਵੀਰ ਜੀ ਕਰਨਗੇ। ਬਹੁਤ ਬਹੁਤ ਧੰਨਵਾਦ ਇਹਦਾ। ਸੋ ਲੋਕਾਂ ਤੋਂ ਤੁਸੀਂ ਸੁਣਿਆ ਹੈ ਕਿ ਕਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਸਮੱਸਿਆਵਾਂ ਹੈਗਾ। 40 ਸਾਲ ਹੋ ਗਏ ਆ ਉਹਨਾਂ ਨੂੰ ਭਟਕਦੇ ਹੋਏ ਇਨਸਾਫ ਲੈਣ ਵਾਸਤੇ। ਲੇਕਿਨ ਹੁਣ ਉਹਨਾਂ ਨੂੰ ਇੱਕ ਉਮੀਦ ਜਾਗੀ ਹੈ ਕਿ ਆਪ ਦੀ ਸਰਕਾਰ ਆਈ ਹੈ। ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਜਿਹੜੇ ਦਾਅਵੇ ਕੀਤੇ ਹੈਗੇ ਉਹ ਉਹਨਾਂ ਤੇ ਖਰਾ ਉਤਰਨਗੇ ਤੇ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਦੂਰ ਹੋਣਗੀਆਂ। ਅਵਤਾਰ ਸਿੰਘ, ਰੋਜ਼ਾਨਾ ਸਪੋਕਸਮੈਨ ਟੀਵੀ, ਅਬੋਹਰ। ਇਹ ਸਾਰੇ ਭਰਾ ਆਪਦੇ ਕੰਮਾਂ ਵਾਸਤੇ ਆਏ ਹੋਏ ਹੈ, ਕਿਉਂਕਿ ਸਰਕਾਰ ਬਦਲੀ ਹੈ। ਸਾਰਿਆਂ ਨੂੰ ਇੱਕ ਉਮੀਦ ਹੈ ਕਿ ਇੱਥੇ ਕੰਮ ਹੁੰਦੇ ਹੈ ਤਾਂ ਹੋ ਵੀ ਰਹੇ ਹੈ। ਤੁਸੀਂ ਇਹਨਾਂ ਤੋਂ ਵਿਊ ਲਓ ਸਾਰਿਆਂ ਤੋਂ। ਦੇਖੋ, ਮੈਂ ਜਦੋਂ ਚੁਣਾਵ ਲੜ ਰਿਹਾ ਸੀ ਅਵਤਾਰ ਜੀ, ਮੈਂ ਉਦੋਂ ਵੀ ਸਾਰੇ ਭੈਣਾਂ ਭਰਾਵਾਂ ਨੂੰ ਕਿਹਾ ਸੀ ਕਿ ਮੈਂ ਹਾਰਾਂ ਭਾਵੇਂ ਜਿੱਤਾਂ, ਮੈਂ ਤੁਹਾਡੇ ਵਿੱਚ ਰਵਾਂਗਾ। ਮੈਂ ਪਿੰਡ ਦੀ ਪੰਚਾਇਤ ਦੀ ਚੋਣ ਲੜੀ, ਮੈਂ ਉਦੋਂ ਵੀ ਕਿਹਾ ਸੀ ਮੈਂ ਹਾਰਾਂ ਭਾਵੇਂ ਜਿੱਤਾਂ, ਤੁਹਾਡਾ ਕੰਮ ਨਹੀਂ ਖੜਨ ਦਿੰਦਾ, ਵਿੱਚ ਰਹੂੰ। ਲੋਕਾਂ ਨੇ 45,000 ਵੋਟਾਂ ਪਾ ਕੇ ਬੋਰ ਹਲਕੇ ਦੇ ਲੋਕਾਂ ਨੇ ਇੰਨਾ ਮਾਣ ਸਤਿਕਾਰ ਤੇ ਪਿਆਰ ਦਿੱਤਾ ਹੈ ਤੇ ਮੈਂ ਉਦੋਂ ਵੀ ਕਿਹਾ ਸੀ ਜਿੰਨਾ ਪਿਆਰ ਤੁਸੀਂ ਦੇ ਰਹੇ ਹੋ ਇਲੈਕਸ਼ਨ ਤੋਂ ਬਾਅਦ ਦੁੱਗਣਾ ਚੌਗਣਾ ਕਰਕੇ ਮੋੜਾਂਗਾ। 25 ਦਿਨ ਹੋ ਗਏ ਹੋਣੇ ਆ ਉਦੋਂ ਤੋਂ ਲੈ ਕੇ ਅੱਜ ਤੱਕ। ਮੈਂ ਦਫ਼ਤਰ ਦੇ ਵਿੱਚ ਬੈਠਾ, ਸਾਰੀ ਸਾਡੀ ਟੀਮ ਇੱਥੇ ਬੈਠਦੀ ਹੈ। ਹਰ ਤਰ੍ਹਾਂ ਦਾ ਕੰਮ, ਕਿਸੇ ਦਾ ਕੋਈ ਵੀ ਕੰਮ ਹੈ, ਬਿਨਾਂ ਪੱਖਪਾਤ। ਅਸੀਂ ਕਿਸੇ ਨੂੰ ਇਹ ਨਹੀਂ ਪੁੱਛਦੇ ਤੂੰ ਅਕਾਲੀ ਹੈ, ਕਾਂਗਰਸੀ ਹੈ, ਬੀਜੇਪੀ ਹੈ, ਕਿੱਥੋਂ ਆਇਆ ਕਿੱਥੋਂ ਨਹੀਂ। ਪੰਜਾਬ 'ਚ ਆਪ ਦੀ ਸਰਕਾਰ ਬਣਨ ਤੋਂ ਬਾਅਦ ਬਦਲਾਵ ਸਾਫ਼ ਦੇਖਿਆ ਜਾ ਸਕਦਾ ਹੈ ਤੇ ਲੋਕਾਂ ਦੀ ਜਿਹੜੀ ਉਮੀਦ ਹੈ ਉਹ ਇਹਨਾਂ ਦੇ ਆਪ ਦੇ ਹਾਰੇ ਹੋਏ ਉਮੀਦਵਾਰਾਂ ਤੋਂ ਵੀ ਹੈ। ਅਸੀਂ ਇਸ ਸਮੇਂ ਮੌਜੂਦ ਹਾਂ ਅਬੋਹਰ ਤੋਂ ਆਪ ਦੇ ਹਲਕਾ ਪ੍ਰਭਾਰੀ ਕੁਲਦੀਪ ਕੁਮਾਰ ਦੀਪ ਕੰਬੋਜ ਦੇ ਦਫ਼ਤਰ ਦੇ ਬਾਹਰ। ਬੇਸ਼ੱਕ ਇਹ ਚੋਣ ਜ਼ਰੂਰ ਹਾਰ ਗਏ, ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੀ ਜਿਹੜੇ ਲੋਕ ਇੱਥੇ ਪਹੁੰਚ ਰਹੇ ਹੈ। ਮੋਟਰਸਾਈਕਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਦੇ ਮੋਟਰਸਾਈਕਲ ਇੱਥੇ ਖੜੇ ਹੈ, ਜਿਸ ਤੋਂ ਲੱਗਦਾ ਹੈ ਕਿ ਲੋਕਾਂ ਨੂੰ ਇੱਕ ਉਮੀਦ ਹੈ ਕਿ ਆਪ ਦੀ ਸਰਕਾਰ ਹੈ ਜਾਂ ਫਿਰ ਦੀਪ ਕੰਬੋਜ ਹੈ, ਇਹ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨਗੇ ਅਤੇ ਇੱਕ ਬਦਲਾਵ ਜ਼ਰੂਰ ਲੈ ਕੇ ਆਣਗੇ। ਤੇ ਆਪਾਂ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ, ਹਾਲਾਤ ਕਿਸ ਤਰ੍ਹਾਂ ਦੇ ਹੈ, ਰਿਐਲਿਟੀ ਚੈੱਕ ਕਰ ਰਹੇ ਹਾਂ ਕਿ ਅਸਲ 'ਚ ਕੀ ਹੈ। ਮੋਟਰਸਾਈਕਲ ਤੇ ਜੋ ਲੋਕ ਆਏ ਨੇ ਇਹ ਇਹਨਾਂ ਦੇ ਪਾਰਟੀ ਵਰਕਰ ਹੈ ਜਾਂ ਫਿਰ ਲੋਕ ਜਿਹੜੇ ਹੈ ਆਪਣੇ ਕੰਮਕਾਜ ਕਰਾਉਣ ਵਾਸਤੇ ਆਏ। ਤੇ ਆਓ ਆਪਾਂ ਅੰਦਰ ਦੇ ਹਾਲਾਤ ਦੇਖਦੇ ਕੀ ਹੈ। ਬਿਲਕੁਲ ਅਸੀਂ ਦਫ਼ਤਰ ਦੇ ਅੰਦਰ ਪਹੁੰਚ ਚੁੱਕੇ ਹਾਂ। ਕਾਫੀ ਜਿਹੜੀ ਲੋਕਾਂ ਦਾ ਜਿਹੜਾ ਹੈਗਾ ਜਮਾਵੜਾ ਇੱਥੇ ਲੱਗਿਆ ਹੋਇਆ ਹੈ। ਦੀਪ ਕੰਬੋਜ ਵੀ ਇੱਥੇ ਬੈਠੇ ਹੋਏ ਆ। ਲੋਕ ਮੇਰੇ ਖਿਆਲ 'ਚ ਕੋਈ ਇਹਨਾਂ ਤੋਂ ਕੰਮ ਕਰਵਾ ਰਹੇ ਆ, ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਕਿ ਲੋਕ ਕੰਮ ਕਰਵਾਉਣਾ ਹੈ ਜਾਂ ਫਿਰ ਇਹਨਾਂ ਦੇ ਜਿਹੜੇ ਪਾਰਟੀ ਦੇ ਵਰਕਰ ਹੀ ਹੈਗੇ। ਦੀਪ ਕੰਬੋਜ ਵੀ ਮੇਰੇ ਖਿਆਲ 'ਚ ਕਿਸੇ ਪੱਤਰ ਤੇ ਸਾਈਨ ਵੀ ਕਰ ਰਹੇ ਆ। ਹਾਂਜੀ ਦੀਪ ਜੀ, ਕੀ ਹਾਲ ਹੈ? ਵਧੀਆ ਸਰ, ਵਧੀਆ, ਬਹੁਤ ਵਧੀਆ। ਹਾਂਜੀ ਸਰ, ਅਸੀਂ ਤਾਂ ਇਹ ਚੈੱਕ ਕਰਨ ਆਏ ਸੀ ਕਿ ਕੰਮ ਕਰ ਰਹੇ ਹੋ ਜਾਂ ਫਿਰ ਤੁਹਾਡੇ ਪਾਰਟੀ ਦੇ ਜਿਹੜੇ ਵਰਕਰ ਹੀ ਇੱਥੇ ਪਹੁੰਚੇ ਹੋਏ ਆ ਸਾਰੇ? ਨਹੀਂ, ਵਰਕਰ ਤਾਂ ਸਾਰੇ ਵਾਰਡਾਂ 'ਚ ਆਪਦਾ ਕੰਮ ਸੰਭਾਲ ਰਹੇ ਆ। ਇਹ ਸਾਰੇ ਭਰਾ ਆਪਦੇ ਕੰਮਾਂ ਵਾਸਤੇ ਆਏ ਹੋਏ ਆ, ਕਿਉਂਕਿ ਸਰਕਾਰ ਬਦਲੀ ਹੈ। ਸਾਰਿਆਂ ਨੂੰ ਇੱਕ ਉਮੀਦ ਹੈ ਕਿ ਇੱਥੇ ਕੰਮ ਹੁੰਦੇ ਆ ਤਾਂ ਹੋ ਵੀ ਰਹੇ ਆ। ਤੁਸੀਂ ਇਹਨਾਂ ਤੋਂ ਵਿਊ ਲਓ ਸਾਰਿਆਂ ਤੋਂ। ਲੋਕਾਂ ਨੂੰ ਉਮੀਦ ਹੁੰਦੀ ਹੈ ਕਿ ਜਿਹੜੇ ਜਿੱਤ ਜਾਂਦੇ ਆ ਜਿਹੜੇ ਉਮੀਦਵਾਰ, ਉਹਨਾਂ ਤੱਕ ਉਮੀਦ ਹੁੰਦੀ ਹੈ, ਲੇਕਿਨ ਉਹ ਵੀ ਜਿਹੜੇ ਉਹਨਾਂ ਦੀ ਉਮੀਦਾਂ ਤੇ ਖਰਾ ਨਹੀਂ ਉਤਰਦੇ। ਤੁਸੀਂ ਬੇਸ਼ੱਕ ਚੋਣ ਹਾਰ ਗਏ ਤੇ ਲੇਕਿਨ ਫਿਰ ਵੀ ਦੇਖ ਰਹੇ ਆ ਕਿ ਲੋਕ ਤੁਹਾਡੇ ਨਾਲ ਬਹੁਤ ਜੁੜੇ ਆ। ਉਹਨਾਂ ਨੂੰ ਇੱਕ ਉਮੀਦ ਹੈ ਕਿ ਸ਼ਾਇਦ ਉਹਨਾਂ ਤੱਕ ਜਾਵਾਂਗੇ ਤੇ ਕੰਮ ਹੋਊਗਾ। ਕੀ ਮੰਨਦੇ? ਦੇਖੋ, ਮੈਂ ਜਦੋਂ ਚੁਣਾਵ ਲੜ ਰਿਹਾ ਸੀ ਅਵਤਾਰ ਜੀ, ਮੈਂ ਉਦੋਂ ਵੀ ਸਾਰੇ ਭੈਣਾਂ ਭਰਾਵਾਂ ਨੂੰ ਕਿਹਾ ਸੀ ਕਿ ਮੈਂ ਹਾਰਾਂ ਭਾਵੇਂ ਜਿੱਤਾਂ, ਮੈਂ ਤੁਹਾਡੇ ਵਿੱਚ ਰਵਾਂਗਾ। ਮੈਂ ਪਿੰਡ ਦੀ ਪੰਚਾਇਤ ਦੀ ਚੋਣ ਲੜੀ, ਮੈਂ ਉਦੋਂ ਵੀ ਕਿਹਾ ਸੀ ਮੈਂ ਹਾਰਾਂ ਭਾਵੇਂ ਜਿੱਤਾਂ, ਤੁਹਾਡਾ ਕੰਮ ਨਹੀਂ ਖੜਨ ਦਿੰਦਾ, ਵਿੱਚ ਰਹੂੰ। ਅੱਜ ਲੋਕਾਂ ਨੇ 45,000 ਵੋਟਾਂ ਪਾ ਕੇ ਬੋਰ ਹਲਕੇ ਦੇ ਲੋਕਾਂ ਨੇ ਇੰਨਾ ਮਾਣ ਸਤਿਕਾਰ ਤੇ ਪਿਆਰ ਦਿੱਤਾ ਹੈ ਤੇ ਮੈਂ ਉਦੋਂ ਵੀ ਕਿਹਾ ਸੀ ਜਿੰਨਾ ਪਿਆਰ ਤੁਸੀਂ ਦੇ ਰਹੇ ਹੋ ਇਲੈਕਸ਼ਨ ਤੋਂ ਬਾਅਦ ਦੁੱਗਣਾ ਚੌਗਣਾ ਕਰਕੇ ਮੋੜਾਂਗਾ। ਉਸੇ ਕੜੀ ਤਹਿਤ ਮੈਂ ਇੱਥੇ ਬੈਠਾ। ਜਿੱਦਣ ਦਾ ਰਿਜ਼ਲਟ ਆਇਆ ਉਦੋਂ ਸ਼ਾਮ ਨੂੰ ਧੰਨਵਾਦੀ ਦੌਰਾ ਸਭ ਤੋਂ ਪਹਿਲਾਂ ਪੰਜਾਬ 'ਚ ਮੈਂ ਕੀਤਾ ਸੀ, ਮੇਰੀ ਟੀਮ ਨੇ ਕੀਤਾ ਸੀ, ਹਾਰਨ ਤੋਂ ਬਾਅਦ ਵੀ। ਤਾਂ ਉਸ ਤੋਂ ਬਾਅਦ ਅਗਲੇ ਦਿਨ ਤੋਂ ਅੱਜ ਤੱਕ, ਅੱਜ ਮੈਨੂੰ ਲੱਗਦਾ 25 ਦਿਨ ਹੋ ਗਏ ਹੋਣੇ ਆ,
ਉਦੋਂ ਤੋਂ ਲੈ ਕੇ ਅੱਜ ਤੱਕ ਮੈਂ ਦਫ਼ਤਰ ਦੇ ਵਿੱਚ ਬੈਠਾ, ਸਾਰੀ ਸਾਡੀ ਟੀਮ ਇੱਥੇ ਬੈਠਦੀ ਹੈ, ਹਰ ਤਰ੍ਹਾਂ ਦਾ ਕੰਮ, ਕਿਸੇ ਦਾ ਕੋਈ ਵੀ ਕੰਮ ਹੈ ਬਿਨਾਂ ਪੱਖਪਾਤ। ਅਸੀਂ ਕਿਸੇ ਨੂੰ ਇਹ ਨਹੀਂ ਪੁੱਛਦੇ ਤੂੰ ਅਕਾਲੀ ਹੈ, ਕਾਂਗਰਸੀ ਹੈ, ਬੀਜੇਪੀ ਹੈ, ਕਿੱਥੋਂ ਆਇਆ ਕਿੱਥੋਂ ਨਹੀਂ। ਜੇ ਉਹਦਾ ਕੰਮ ਜਾਇਜ਼ ਹੈ ਤਾਂ ਹੋਏਗਾ, ਨਜਾਇਜ਼ ਹੈ ਤਾਂ ਨਹੀਂ ਹੋਏਗਾ। ਅਧਿਕਾਰੀਆਂ ਨੂੰ ਵੀ ਬੇਨਤੀ ਕੀਤੀ ਹੈ, ਜਿੱਥੇ ਸਾਡੀ ਲੋੜ ਪੈਂਦੀ ਹੈ ਫੋਨ ਕਰਕੇ ਕਹਿਣਾ ਪੈਂਦਾ ਹੈ, ਜਾਂ ਕੋਈ ਐਪਲੀਕੇਸ਼ਨ ਹੈ ਜਿਵੇਂ ਬਹੁਤ ਆਉਂਦੀਆਂ ਹੈ, ਤਾਂ ਜਿੰਨਾ ਵੀ ਕੰਮ ਹੈ ਸਾਰਾ ਆਪ ਚੈੱਕ ਕਰਕੇ ਫਿਰ ਮੇਨ ਕਿਸ ਤਰ੍ਹਾਂ ਦੀ ਜਿਹੜੀ ਐਪਲੀਕੇਸ਼ਨਸ ਆ ਰਹੀ ਹੈ, ਇਹ ਲੋਕਾਂ ਦੀ ਸਮੱਸਿਆ ਕੀ ਰਹੀ ਹੈ ਮੇਨ? ਥਾਣਿਆਂ ਦੇ ਕੇਸਿਸ ਬਹੁਤ ਸਾਰੇ ਆ ਰਹੇ ਹੈ। ਮੈਨੂੰ ਇਹ ਕਹਿਣ 'ਚ ਕੋਈ ਹਰਜ ਨਹੀਂ, ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੂੰ ਜਿਹੜਾ ਹਾਈਜੈਕ ਕੀਤਾ ਹੋਇਆ ਸੀ ਪੋਲੀਟੀਕਲ ਲੀਡਰਾਂ ਨੇ, ਤਾਂ ਜੇ ਕੋਈ ਗਰੀਬ ਬੰਦਾ ਹੁੰਦਾ ਸੀ ਉਹਦੇ ਨਾਲ ਧੱਕਾ ਵੀ ਹੋਇਆ ਹੁੰਦਾ ਸੀ, ਪਰਚਾ ਵੀ ਉਹਦੇ ਤੇ ਹੁੰਦਾ ਸੀ। ਤਾਂ ਹੁਣ ਜਿਹੜਾ ਲੋਕਾਂ ਨੂੰ ਮਹਿਸੂਸ ਹੋ ਰਿਹਾ ਕਿ ਥੋੜੀ ਅਕਸਰ ਹੀ ਝਿਜਕਦੇ ਸੀਗੇ ਕਿ ਥਾਣੇ ਦੇ ਵਿੱਚ ਜਾਣ ਲਈ ਉਹਨਾਂ ਨੂੰ ਇੱਕ ਪੰਜਾਬੀ ਦਾ ਇੱਕ ਸ਼ਬਦ ਹੈ ਦਲਾਲ ਕੋਈ ਲੱਭਣਾ ਪੈਂਦਾ ਸੀ। ਹਾਂਜੀ ਬਿਲਕੁਲ, ਹੁਣ ਸਾਰਾ ਕੁਝ ਡਾਇਰੈਕਟ ਕਰਤਾ ਹੈ। ਮੈਂ ਸਾਰੇ ਹਲਕਾ ਨਿਵਾਸੀਆਂ ਨੂੰ, ਸ਼ਹਿਰ ਵਾਸੀਆਂ ਨੂੰ, ਲੋਕਾਂ ਨੂੰ ਵੀ ਬੇਨਤੀ ਕੀਤੀ, ਆਹ ਦਫ਼ਤਰ ਹੈ ਅੱਜ ਵੀ ਖੁੱਲਾ ਹੈ, 5 ਸਾਲ ਖੁੱਲਾ ਰਹੂਗਾ। ਇੱਥੇ ਬੈਠੇ ਆ, ਕਿਸੇ ਨੂੰ ਵਿੱਚ ਪਾਉਣ ਦੀ ਲੋੜ ਨਹੀਂ, ਕਿਸੇ ਨੂੰ ਨਾਲ ਲਿਆਉਣ ਦੀ ਲੋੜ ਨਹੀਂ, ਸਿੱਧਾ ਬੈਠੇ ਆ, ਕੋਈ ਮਰਜ਼ੀ ਆ ਕੇ ਮਿਲ ਸਕਦਾ ਹੈ। ਕੀ ਹੈ ਕਿ ਜੀ ਤੁਸੀਂ ਕੀ ਸਮੱਸਿਆ ਲੈ ਕੇ ਆਏ ਹੋ ਭਾਈ ਜੀ? ਸਮੱਸਿਆ ਜੀ ਮੇਰੀ ਹੈ 15 ਤਰੀਕ ਨੂੰ ਲੁੱਟਪਾਟ ਹੋਈ ਹੈ ਮੇਰੀ। ਅੱਛਾ ਜੀ। ਮਟਰ ਲੈ ਕੇ ਗਏ ਸੀ ਨਿਆਲ ਖੇੜੇ, ਵਪਾਰੀ ਨੇ ਲਏ ਸੀ। 10:15 ਵਜੇ ਚੂੜੀ ਵਾਲਾ ਤੰਨਾ ਤੇ ਨਿਆਲ ਖੇੜੇ ਦੇ ਵਿਚਾਲੇ 10:15 ਵਜੇ ਹਥਿਆਰ ਲੈ ਕੇ 4 ਬੰਦੇ, ਸਵਿਫਟ ਕਾਰ ਸੀ ਚਿੱਟੇ ਰੰਗ ਦੀ, ਤੇ ਉਹਨਾਂ ਨੇ ਲੁੱਟਿਆ ਹੈ, ਜੇਬ ਪਾੜ ਕੇ ਲੈ ਗਏ। ਤੇ ਫਿਰ ਪੁਲਿਸ ਕੋਲੇ ਗਏ? ਹਾਂ ਗਏ ਆ ਜੀ, FIR ਕਰਾਈ ਹੈ ਖੂਹੀ ਖੇੜਾ ਨੂੰ, ਉਹਨਾਂ ਨੇ ਅਜੇ ਕੋਈ ਕਾਰਵਾਈ ਨਹੀਂ ਕੀਤੀ। ਹਾਂਜੀ ਤੁਸੀਂ ਕੀ ਸਮੱਸਿਆ ਲੈ ਕੇ ਆਏ ਹੋ? ਮੇਰੀ ਸਮੱਸਿਆ ਇਹ ਹੈ ਜੀ, ਮੈਨੂੰ 40 ਸਾਲ ਹੋ ਗਏ ਜਾਖੜਾਂ ਨੂੰ ਵੱਟਾ ਪਾਉਂਦਿਆਂ ਨੂੰ। ਮੈਂ ਗਰੀਬ ਬੰਦਾ ਜੀ, ਮੇਰੇ ਕੋਲ ਕੁੜੀਆਂ ਹੈਗੀਆਂ ਜੀ, ਮੇਰਾ ਇਹਨਾਂ ਕੋਈ ਮਸਲਾ ਹੱਲ ਨਹੀਂ ਕੀਤਾ। ਮੇਰਾ ਹੁਣ ਮਕਾਨ ਪਾਟ ਗਿਆ ਸੀ, 5 ਸਾਲ ਮੈਨੂੰ ਹੋਰ ਰੋਕੀ ਆਏ ਨੇ, ਮੇਰਾ ਕੋਈ ਮਕਾਨ ਨਹੀਂ ਬਣਾਇਆ, ਨਾ ਕੋਈ ਕੁਛ ਨਹੀਂ ਪਾਇਆ। ਦਿੱਤੇ ਸੀਗੇ ਸਰਕਾਰ ਨੇ ਪਹਿਲਾਂ ਮਕਾਨ ਵੀ ਦਿੱਤੇ ਸੀਗੇ? ਆਹ ਦਿੱਤੇ ਸੀ, ਪਰ ਮੇਰਾ ਪਿੰਡ ਵਾਲਾ ਕੋਈ ਮਸਲਾ ਹੱਲ ਨਹੀਂ ਕੀਤਾ। ਇਹਨਾਂ 5 ਕਮੇਟੀ ਬਣਾਈ, ਉਹ ਆਪ ਹੀ ਮੈਂਬਰ ਖਾ ਖੂ ਗਏ ਜੀ, ਕੋਈ ਗਰੀਬਾਂ ਦਾ ਮਸਲਾ ਹੱਲ ਨਹੀਂ ਹੋਇਆ ਜੀ। ਮੈਂ ਹੁਣ ਲੱਗਦਾ ਕਿ ਇਸ ਵਾਸਤੇ ਮੈਂ ਹੁਣ ਆਦੇ ਬਾਈ ਨਾਲ ਜੁੜਿਆ, ਕੇਜਰੀਵਾਲ ਨਾਲ। ਮੈਨੂੰ ਪੂਰੀ ਉਮੀਦ ਹੈ ਵੀ ਮੇਰਾ ਕੰਮ ਹੋ ਜਾਊਗਾ ਜੀ। ਧੰਨਵਾਦ ਜੀ। ਸਬਰ ਕਰੋ, ਬਿਲਕੁਲ ਤੁਸੀਂ ਆਏ ਤਾਂ ਹੋਏਗਾ। ਹਾਂ। ਜਿਵੇਂ ਇਹਨਾਂ ਨੇ ਦਾਅਵਾ ਵੀ ਕੀਤਾ ਹੈ ਆਪਨੇ। ਆਓ ਮੈਨੂੰ ਦਾਅਵਾ ਕੀਤਾ, ਮੇਰੇ ਸਹੁਰੇ ਹੈਗੇ ਗਿੱਦੜਾਲੀ, ਰਾਤ 8 ਵਜੇ ਇਹਨੂੰ ਤੋਲਿਆ ਨੇ ਆਪਣੇ ਦੀਪ ਨੂੰ, ਉੱਥੋਂ ਹੋ ਕੇ ਫਿਰ ਸਾਡੇ ਪਿੰਡ ਇੱਥੇ ਤੋਲਿਆ ਸੀ। ਬਹੁਤ ਜਨਤਾ ਨੇ ਧੰਨਵਾਦ ਕੀਤਾ, ਨਾਲੇ 10-11 ਵੱਜ ਜਾਂਦੇ ਸੀ ਇਹਨੂੰ ਘਰੋਂ ਪਿੰਡ ਨਿਕਲਦਿਆਂ ਹੀ। ਮੈਨੂੰ ਹੁਣ ਪੂਰੀ ਉਮੀਦ ਹੈ ਵੀ ਮੇਰਾ ਕੰਮ ਵੀਰ ਜੀ ਕਰਨਗੇ। ਬਹੁਤ ਬਹੁਤ ਧੰਨਵਾਦ ਇਹਦਾ। ਸੋ ਲੋਕਾਂ ਤੋਂ ਤੁਸੀਂ ਸੁਣਿਆ ਹੈ ਕਿ ਕਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਸਮੱਸਿਆਵਾਂ ਹੈਗਾ। 40-40 ਸਾਲ ਹੋ ਗਏ ਆ ਉਹਨਾਂ ਨੂੰ ਭਟਕਦੇ ਹੋਏ ਇਨਸਾਫ ਲੈਣ ਵਾਸਤੇ, ਲੇਕਿਨ ਹੁਣ ਉਹਨਾਂ ਨੂੰ ਇੱਕ ਉਮੀਦ ਜਾਗੀ ਹੈ ਕਿ ਆਪ ਦੀ ਸਰਕਾਰ ਆਈ ਹੈ, ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਜਿਹੜੇ ਦਾਅਵੇ ਕੀਤੇ ਹੈਗੇ ਉਹ ਉਹਨਾਂ ਤੇ ਖਰਾ ਉਤਰਨਗੇ ਤੇ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਦੂਰ ਹੋਣਗੀਆਂ। ਅਵਤਾਰ ਸਿੰਘ, ਰੋਜ਼ਾਨਾ ਸਪੋਕਸਮੈਨ ਟੀਵੀ, ਅਬੋਹਰ। ਇਹ ਸਾਰੇ ਭਰਾ ਆਪਦੇ ਕੰਮਾਂ ਵਾਸਤੇ ਆਏ ਹੋਏ ਹੈ, ਕਿਉਂਕਿ ਸਰਕਾਰ ਬਦਲੀ ਹੈ। ਸਾਰਿਆਂ ਨੂੰ ਇੱਕ ਉਮੀਦ ਹੈ ਕਿ ਇੱਥੇ ਕੰਮ ਹੁੰਦੇ ਹੈ, ਤਾਂ ਹੋ ਵੀ ਰਹੇ ਹੈ। ਤੁਸੀਂ ਇਹਨਾਂ ਤੋਂ ਵਿਊ ਲਓ ਸਾਰਿਆਂ ਤੋਂ। ਦੇਖੋ, ਮੈਂ ਜਦੋਂ ਚੁਣਾਵ ਲੜ ਰਿਹਾ ਸੀ ਅਵਤਾਰ ਜੀ, ਮੈਂ ਉਦੋਂ ਵੀ ਸਾਰੇ ਭੈਣਾਂ ਭਰਾਵਾਂ ਨੂੰ ਕਿਹਾ ਸੀ ਕਿ ਮੈਂ ਹਾਰਾਂ ਭਾਵੇਂ ਜਿੱਤਾਂ, ਮੈਂ ਤੁਹਾਡੇ ਵਿੱਚ ਰਵਾਂਗਾ। ਮੈਂ ਪਿੰਡ ਦੀ ਪੰਚਾਇਤ ਦੀ ਚੋਣ ਲੜੀ, ਮੈਂ ਉਦੋਂ ਵੀ ਕਿਹਾ ਸੀ ਮੈਂ ਹਾਰਾਂ ਭਾਵੇਂ ਜਿੱਤਾਂ, ਤੁਹਾਡਾ ਕੰਮ ਨਹੀਂ ਖੜਨ ਦਿੰਦਾ, ਵਿੱਚ ਰਹੂੰ। ਲੋਕਾਂ ਨੇ 45,000 ਵੋਟਾਂ ਪਾ ਕੇ ਬੋਰ ਹਲਕੇ ਦੇ ਲੋਕਾਂ ਨੇ ਇੰਨਾ ਮਾਣ ਸਤਿਕਾਰ ਤੇ ਪਿਆਰ ਦਿੱਤਾ ਹੈ, ਤੇ ਮੈਂ ਉਦੋਂ ਵੀ ਕਿਹਾ ਸੀ ਜਿੰਨਾ ਪਿਆਰ ਤੁਸੀਂ ਦੇ ਰਹੇ ਹੋ ਇਲੈਕਸ਼ਨ ਤੋਂ ਬਾਅਦ ਦੁੱਗਣਾ ਚੌਗਣਾ ਕਰਕੇ ਮੋੜਾਂਗਾ। 25 ਦਿਨ ਹੋ ਗਏ ਹੋਣੇ ਐ ਉਦੋਂ ਤੋਂ ਲੈ ਕੇ ਅੱਜ ਤੱਕ ਮੈਂ ਦਫ਼ਤਰ ਦੇ ਵਿੱਚ ਬੈਠਾ, ਸਾਰੀ ਸਾਡੀ ਟੀਮ ਇੱਥੇ ਬੈਠਦੀ ਹੈ, ਹਰ ਤਰ੍ਹਾਂ ਦਾ ਕੰਮ, ਕਿਸੇ ਦਾ ਕੋਈ ਵੀ ਕੰਮ ਹੈ ਬਿਨਾਂ ਪੱਖਪਾਤ। ਅਸੀਂ ਕਿਸੇ ਨੂੰ ਇਹ ਨਹੀਂ ਪੁੱਛਦੇ ਤੂੰ ਅਕਾਲੀ ਹੈ, ਕਾਂਗਰਸੀ ਹੈ, ਬੀਜੇਪੀ ਹੈ, ਕਿੱਥੋਂ ਆਇਆ ਕਿੱਥੋਂ ਨਹੀਂ। ਪੰਜਾਬ 'ਚ ਆਪ ਦੀ ਸਰਕਾਰ ਬਣਨ ਤੋਂ ਬਾਅਦ ਬਦਲਾਵ ਸਾਫ਼ ਦੇਖਿਆ ਜਾ ਸਕਦਾ ਹੈ ਤੇ ਲੋਕਾਂ ਦੀ ਜਿਹੜੀ ਉਮੀਦ ਹੈ ਉਹ ਇਹਨਾਂ ਦੇ ਆਪ ਦੇ ਹਾਰੇ ਹੋਏ ਉਮੀਦਵਾਰਾਂ ਤੋਂ ਵੀ ਹੈ। ਅਸੀਂ ਇਸ ਸਮੇਂ ਮੌਜੂਦ ਹਾਂ ਅਬੋਹਰ ਤੋਂ ਆਪ ਦੇ ਹਲਕਾ ਪ੍ਰਭਾਰੀ ਕੁਲਦੀਪ ਕੁਮਾਰ ਦੀਪ ਕੰਬੋਜ ਦੇ ਦਫ਼ਤਰ ਦੇ ਬਾਹਰ। ਬੇਸ਼ੱਕ ਇਹ ਚੋਣ ਜ਼ਰੂਰ ਹਾਰ ਗਏ, ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੀ ਜਿਹੜੇ ਲੋਕ ਇੱਥੇ ਪਹੁੰਚ ਰਹੇ ਹੈ। ਮੋਟਰਸਾਈਕਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਦੇ ਮੋਟਰਸਾਈਕਲ ਇੱਥੇ ਖੜੇ ਹੈ, ਜਿਸ ਤੋਂ ਲੱਗਦਾ ਹੈ ਕਿ ਲੋਕਾਂ ਨੂੰ ਇੱਕ ਉਮੀਦ ਹੈ ਕਿ ਆਪ ਦੀ ਸਰਕਾਰ ਹੈ ਜਾਂ ਫਿਰ ਦੀਪ ਕੰਬੋਜ ਹੈ, ਇਹ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨਗੇ ਅਤੇ ਇੱਕ ਬਦਲਾਵ ਜ਼ਰੂਰ ਲੈ ਕੇ ਆਣਗੇ। ਤੇ ਆਪਾਂ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ, ਹਾਲਾਤ ਕਿਸ ਤਰ੍ਹਾਂ ਦੇ ਹੈ, ਰਿਐਲਿਟੀ ਚੈੱਕ ਕਰ ਰਹੇ ਹਾਂ ਕਿ ਅਸਲ 'ਚ ਕੀ ਹੈ। ਮੋਟਰਸਾਈਕਲ ਤੇ ਜੋ ਲੋਕ ਆਏ ਨੇ ਇਹ ਇਹਨਾਂ ਦੇ ਪਾਰਟੀ ਵਰਕਰ ਹੈ ਜਾਂ ਫਿਰ ਲੋਕ ਜਿਹੜੇ ਹੈ
ਆਪਣੇ ਕੰਮਕਾਜ ਕਰਾਉਣ ਵਾਸਤੇ ਆਏ ਤੇ ਆਓ ਆਪਾਂ ਅੰਦਰ ਦੇ ਹਾਲਾਤ ਦੇਖਦੇ ਹਾਂ ਕੀ ਹੈ। ਬਿਲਕੁਲ ਅਸੀਂ ਦਫ਼ਤਰ ਦੇ ਅੰਦਰ ਪਹੁੰਚ ਚੁੱਕੇ ਹਾਂ। ਕਾਫੀ ਜਿਹੜੀ ਲੋਕਾਂ ਦਾ ਜਿਹੜਾ ਹੈਗਾ ਜਮਾਵੜਾ ਇੱਥੇ ਲੱਗਿਆ ਹੋਇਆ ਹੈ। ਦੀਪ ਕੰਬੋਜ ਵੀ ਇੱਥੇ ਬੈਠੇ ਹੋਏ ਆ। ਲੋਕ ਮੇਰੇ ਖਿਆਲ 'ਚ ਕੋਈ ਇਹਨਾਂ ਤੋਂ ਕੰਮ ਕਰਵਾ ਰਹੇ ਆ, ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਕਿ ਲੋਕ ਕੰਮ ਕਰਵਾਉਣਾ ਹੈ ਜਾਂ ਫਿਰ ਇਹਨਾਂ ਦੇ ਜਿਹੜੇ ਪਾਰਟੀ ਦੇ ਵਰਕਰ ਹੀ ਹੈਗੇ। ਦੀਪ ਕੰਬੋਜ ਵੀ ਮੇਰੇ ਖਿਆਲ 'ਚ ਕਿਸੇ ਪੱਤਰ ਤੇ ਸਾਈਨ ਵੀ ਕਰ ਰਹੇ ਆ। ਹਾਂਜੀ ਦੀਪ ਜੀ, ਕੀ ਹਾਲ ਹੈ? ਵਧੀਆ ਸਰ, ਵਧੀਆ, ਬਹੁਤ ਵਧੀਆ। ਹਾਂਜੀ ਸਰ, ਅਸੀਂ ਤਾਂ ਜੀ ਚੈੱਕ ਕਰਨ ਆਏ ਸੀ ਕਿ ਕੰਮ ਕਰ ਰਹੇ ਹੋ ਜਾਂ ਫਿਰ ਤੁਹਾਡੇ ਪਾਰਟੀ ਦੇ ਜਿਹੜੇ ਵਰਕਰ ਹੀ ਇੱਥੇ ਪਹੁੰਚੇ ਹੋਏ ਆ ਸਾਰੇ? ਨਹੀਂ, ਵਰਕਰ ਤਾਂ ਸਾਰੇ ਵਾਰਡਾਂ 'ਚ ਆਪਦਾ ਕੰਮ ਸੰਭਾਲ ਰਹੇ ਆ। ਇਹ ਸਾਰੇ ਭਰਾ ਆਪਦੇ ਕੰਮਾਂ ਵਾਸਤੇ ਆਏ ਹੋਏ ਆ, ਕਿਉਂਕਿ ਸਰਕਾਰ ਬਦਲੀ ਹੈ। ਸਾਰਿਆਂ ਨੂੰ ਇੱਕ ਉਮੀਦ ਹੈ ਕਿ ਇੱਥੇ ਕੰਮ ਹੁੰਦੇ ਆ ਤਾਂ ਹੋ ਵੀ ਰਹੇ ਆ। ਤੁਸੀਂ ਇਹਨਾਂ ਤੋਂ ਵਿਊ ਲਓ ਸਾਰਿਆਂ ਤੋਂ। ਲੋਕਾਂ ਨੂੰ ਉਮੀਦ ਹੁੰਦੀ ਹੈ ਕਿ ਜਿਹੜੇ ਜਿੱਤ ਜਾਂਦੇ ਆ ਜਿਹੜੇ ਉਮੀਦਵਾਰ, ਉਹਨਾਂ ਤੱਕ ਉਮੀਦ ਹੁੰਦੀ ਹੈ, ਲੇਕਿਨ ਉਹ ਵੀ ਜਿਹੜੇ ਉਹਨਾਂ ਦੀ ਉਮੀਦਾਂ ਤੇ ਖਰਾ ਨਹੀਂ ਉਤਰਦੇ। ਤੁਸੀਂ ਬੇਸ਼ੱਕ ਚੋਣ ਹਾਰ ਗਏ ਤੇ ਲੇਕਿਨ ਫਿਰ ਵੀ ਦੇਖ ਰਹੇ ਆ ਕਿ ਲੋਕ ਤੁਹਾਡੇ ਨਾਲ ਬਹੁਤ ਜੁੜੇ ਆ। ਉਹਨਾਂ ਨੂੰ ਇੱਕ ਉਮੀਦ ਹੈ ਕਿ ਸ਼ਾਇਦ ਉਹਨਾਂ ਤੱਕ ਜਾਵਾਂਗੇ ਤੇ ਕੰਮ ਹੋਊਗਾ। ਕੀ ਮੰਨਦੇ? ਦੇਖੋ, ਮੈਂ ਜਦੋਂ ਚੁਣਾਵ ਲੜ ਰਿਹਾ ਸੀ ਅਵਤਾਰ ਜੀ, ਮੈਂ ਉਦੋਂ ਵੀ ਸਾਰੇ ਭੈਣਾ ਭਰਾਵਾਂ ਨੂੰ ਕਿਹਾ ਸੀ ਕਿ ਮੈਂ ਹਾਰਾਂ ਭਾਵੇਂ ਜਿੱਤਾਂ, ਮੈਂ ਤੁਹਾਡੇ ਵਿੱਚ ਰਵਾਂਗਾ। ਮੈਂ ਪਿੰਡ ਦੀ ਪੰਚਾਇਤ ਦੀ ਚੋਣ ਲੜੀ, ਮੈਂ ਉਦੋਂ ਵੀ ਕਿਹਾ ਸੀ ਮੈਂ ਹਾਰਾਂ ਭਾਵੇਂ ਜਿੱਤਾਂ, ਤੁਹਾਡਾ ਕੰਮ ਨਹੀਂ ਖੜਨ ਦਿੰਦਾ, ਵਿੱਚ ਰਹੂੰ। ਅੱਜ ਲੋਕਾਂ ਨੇ 45,000 ਵੋਟਾਂ ਪਾ ਕੇ ਬੋਰ ਹਲਕੇ ਦੇ ਲੋਕਾਂ ਨੇ ਇੰਨਾ ਮਾਣ ਸਤਿਕਾਰ ਤੇ ਪਿਆਰ ਦਿੱਤਾ ਹੈ ਤੇ ਮੈਂ ਉਦੋਂ ਵੀ ਕਿਹਾ ਸੀ ਜਿੰਨਾ ਪਿਆਰ ਤੁਸੀਂ ਦੇ ਰਹੇ ਹੋ ਇਲੈਕਸ਼ਨ ਤੋਂ ਬਾਅਦ ਦੁੱਗਣਾ ਚੌਗਣਾ ਕਰਕੇ ਮੋੜਾਂਗਾ। ਉਸੇ ਕੜੀ ਤਹਿਤ ਮੈਂ ਇੱਥੇ ਬੈਠਾ। ਜਿੱਦਣ ਦਾ ਰਿਜ਼ਲਟ ਆਇਆ ਉਦੋਂ ਸ਼ਾਮ ਨੂੰ ਧੰਨਵਾਦੀ ਦੌਰਾ ਸਭ ਤੋਂ ਪਹਿਲਾਂ ਪੰਜਾਬ 'ਚ ਮੈਂ ਕੀਤਾ ਸੀ, ਮੇਰੀ ਟੀਮ ਨੇ ਕੀਤਾ ਸੀ, ਹਾਰਨ ਤੋਂ ਬਾਅਦ ਵੀ। ਤਾਂ ਉਸ ਤੋਂ ਬਾਅਦ ਅਗਲੇ ਦਿਨ ਤੋਂ ਅੱਜ ਤੱਕ, ਅੱਜ ਮੈਨੂੰ ਲੱਗਦਾ 25 ਦਿਨ ਹੋ ਗਏ ਹੋਣੇ ਆ, ਉਦੋਂ ਤੋਂ ਲੈ ਕੇ ਅੱਜ ਤੱਕ ਮੈਂ ਦਫ਼ਤਰ ਦੇ ਵਿੱਚ ਬੈਠਾ। ਸਾਰੀ ਸਾਡੀ ਟੀਮ ਇੱਥੇ ਬੈਠਦੀ ਹੈ। ਹਰ ਤਰ੍ਹਾਂ ਦਾ ਕੰਮ, ਕਿਸੇ ਦਾ ਕੋਈ ਵੀ ਕੰਮ ਹੈ, ਬਿਨਾਂ ਪੱਖਪਾਤ। ਅਸੀਂ ਕਿਸੇ ਨੂੰ ਇਹ ਨਹੀਂ ਪੁੱਛਦੇ ਤੂੰ ਅਕਾਲੀ ਹੈ, ਕਾਂਗਰਸੀ ਹੈ, ਬੀਜੇਪੀ ਹੈ, ਕਿੱਥੋਂ ਆਇਆ ਕਿੱਥੋਂ ਨਹੀਂ। ਜੇ ਉਹਦਾ ਕੰਮ ਜਾਇਜ਼ ਹੈ ਤਾਂ ਹੋਏਗਾ, ਨਜਾਇਜ਼ ਹੈ ਤਾਂ ਨਹੀਂ ਹੋਏਗਾ। ਅਧਿਕਾਰੀਆਂ ਨੂੰ ਵੀ ਬੇਨਤੀ ਕੀਤੀ ਹੈ, ਜਿੱਥੇ ਸਾਡੀ ਲੋੜ ਪੈਂਦੀ ਹੈ ਫੋਨ ਕਰਕੇ ਕਹਿਣਾ ਪੈਂਦਾ ਹੈ, ਜਾਂ ਕੋਈ ਐਪਲੀਕੇਸ਼ਨ ਹੈ ਜਿਵੇਂ ਬਹੁਤ ਆਉਂਦੀਆਂ ਹੈ, ਤਾਂ ਜਿੰਨਾ ਵੀ ਕੰਮ ਹੈ ਸਾਰਾ ਆਪ ਚੈੱਕ ਕਰਕੇ ਫਿਰ ਮੇਨ ਕਿਸ ਤਰ੍ਹਾਂ ਦੀ ਜਿਹੜੀ ਐਪਲੀਕੇਸ਼ਨਸ ਆ ਰਹੀ ਹੈ, ਇਹ ਲੋਕਾਂ ਦੀ ਸਮੱਸਿਆ ਕੀ ਰਹੀ ਹੈ? ਮੇਨ ਥਾਣਿਆਂ ਦੇ ਕੇਸਿਸ ਬਹੁਤ ਸਾਰੇ ਆ ਰਹੇ ਹੈ। ਮੈਨੂੰ ਇਹ ਕਹਿਣ 'ਚ ਕੋਈ ਹਰਜ ਨਹੀਂ, ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੂੰ ਜਿਹੜਾ ਹਾਈਜੈਕ ਕੀਤਾ ਹੋਇਆ ਸੀ ਪੋਲੀਟੀਕਲ ਲੀਡਰਾਂ ਨੇ, ਤਾਂ ਜੇ ਕੋਈ ਗਰੀਬ ਬੰਦਾ ਹੁੰਦਾ ਸੀ ਉਹਦੇ ਨਾਲ ਧੱਕਾ ਵੀ ਹੋਇਆ ਹੁੰਦਾ ਸੀ, ਪਰਚਾ ਵੀ ਉਹਦੇ ਤੇ ਹੁੰਦਾ ਸੀ। ਤਾਂ ਹੁਣ ਜਿਹੜਾ ਲੋਕਾਂ ਨੂੰ ਮਹਿਸੂਸ ਹੋ ਰਿਹਾ ਕਿ ਥੋੜੀ ਅਕਸਰ ਹੀ ਝਿਜਕਦੇ ਸੀਗੇ ਕਿ ਥਾਣੇ ਦੇ ਵਿੱਚ ਜਾਣ ਲਈ ਉਹਨਾਂ ਨੂੰ ਇੱਕ ਪੰਜਾਬੀ ਦਾ ਇੱਕ ਸ਼ਬਦ ਹੈ ਦਲਾਲ ਕੋਈ ਲੱਭਣਾ ਪੈਂਦਾ ਸੀ। ਹਾਂਜੀ ਬਿਲਕੁਲ, ਹੁਣ ਸਾਰਾ ਕੁਝ ਡਾਇਰੈਕਟ ਕਰਤਾ ਹੈ। ਮੈਂ ਸਾਰੇ ਹਲਕਾ ਨਿਵਾਸੀਆਂ ਨੂੰ, ਸ਼ਹਿਰ ਵਾਸੀਆਂ ਨੂੰ, ਲੋਕਾਂ ਨੂੰ ਵੀ ਬੇਨਤੀ ਕੀਤੀ, ਆਹ ਦਫ਼ਤਰ ਹੈ ਅੱਜ ਵੀ ਖੁੱਲਾ ਹੈ, 5 ਸਾਲ ਖੁੱਲਾ ਰਹੂਗਾ। ਇੱਥੇ ਬੈਠੇ ਆ, ਕਿਸੇ ਨੂੰ ਵਿੱਚ ਪਾਉਣ ਦੀ ਲੋੜ ਨਹੀਂ, ਕਿਸੇ ਨੂੰ ਨਾਲ ਲਿਆਉਣ ਦੀ ਲੋੜ ਨਹੀਂ, ਸਿੱਧਾ ਬੈਠੇ ਆ, ਕੋਈ ਮਰਜ਼ੀ ਆ ਕੇ ਮਿਲ ਸਕਦਾ। ਕੀ ਹੈ ਕਿ ਜੀ ਤੁਸੀਂ ਕੀ ਸਮੱਸਿਆ ਲੈ ਕੇ ਆਏ ਹੋ ਭਾਈ ਜੀ? ਸਮੱਸਿਆ ਜੀ ਮੇਰੀ ਹੈ 15 ਤਰੀਕ ਨੂੰ ਲੁੱਟਪਾਟ ਹੋਈ ਹੈ ਮੇਰੀ। ਅੱਛਾ ਜੀ। ਮਟਰ ਲੈ ਕੇ ਗਏ ਸੀ ਨਿਆਲ ਖੇੜੇ, ਵਪਾਰੀ ਨੇ ਲਾਏ ਸੀ। 10:15 ਵਜੇ ਚੂੜੀ ਵਾਲਾ ਤੰਨਾ ਤੇ ਨਿਆਲ ਖੇੜੇ ਦੇ ਵਿਚਾਲੇ 10:15 ਵਜੇ ਹਥਿਆਰ ਲੈ ਕੇ 4 ਬੰਦੇ, ਸਵਿਫਟ ਕਾਰ ਸੀ ਚਿੱਟੇ ਰੰਗ ਦੀ, ਤੇ ਉਹਨਾਂ ਨੇ ਲੁੱਟਿਆ ਹੈ, ਜੇਬ ਪਾੜ ਕੇ ਲੈ ਗਏ। ਤੇ ਫਿਰ ਪੁਲਿਸ ਕੋਲੇ ਗਏ? ਹਾਂ ਗਏ ਆ ਜੀ, FIR ਕਰਾਈ ਹੈ ਖੂਹੀ ਖੇੜਾ ਨੂੰ, ਉਹਨਾਂ ਨੇ ਅਜੇ ਕੋਈ ਕਾਰਵਾਈ ਨਹੀਂ ਕੀਤੀ। ਹਾਂਜੀ। ਤੁਸੀਂ ਕੀ ਸਮੱਸਿਆ ਲੈ ਕੇ ਆਏ ਹੋ? ਮੇਰੀ ਸਮੱਸਿਆ ਇਹ ਹੈ ਜੀ, ਮੈਨੂੰ 40 ਸਾਲ ਹੋ ਗਏ ਜਾਖੜਾਂ ਨੂੰ ਵੋਟਾਂ ਪਾਉਂਦਿਆਂ ਨੂੰ। ਮੈਂ ਗਰੀਬ ਬੰਦਾ ਜੀ, ਮੇਰੇ ਕੋਲ ਕੁੜੀਆਂ ਹੈਗੀਆਂ ਜੀ। ਮੇਰਾ ਇਹਨਾਂ ਕੋਈ ਮਸਲਾ ਹੱਲ ਨਹੀਂ ਕੀਤਾ। ਮੇਰਾ ਹੁਣ ਮਕਾਨ ਪਾਟ ਗਿਆ ਸੀ, 5 ਸਾਲ ਮੈਨੂੰ ਹੋਰ ਰੋਕੀ ਆਏ ਨੇ। ਮੇਰਾ ਕੋਈ ਮਕਾਨ ਨਹੀਂ ਬਣਾਇਆ, ਨਾ ਕੋਈ ਕੁਛ ਨਹੀਂ ਪਾਇਆ। ਦਿੱਤੇ ਸੀਗੇ ਸਰਕਾਰ ਨੇ ਪਹਿਲਾਂ ਮਕਾਨ ਵੀ ਦਿੱਤੇ ਸੀ? ਆਹ ਦਿੱਤੇ ਸੀ, ਪਰ ਮੇਰਾ ਪਿੰਡ ਵਾਲਾ ਕੋਈ ਮਸਲਾ ਹੱਲ ਨਹੀਂ ਕੀਤਾ। ਇਹਨਾਂ 5 ਕਮੇਟੀ ਬਣਾਈ, ਉਹ ਆਪ ਹੀ ਮੈਂਬਰ ਖਾ ਖੂ ਗਏ ਜੀ। ਕੋਈ ਗਰੀਬਾਂ ਦਾ ਮਸਲਾ ਹੱਲ ਨਹੀਂ ਹੋਇਆ ਜੀ। ਮੈਂ ਹੁਣ ਲੱਗਦਾ ਕਿ ਇਸ ਵਾਸਤੇ ਮੈਂ ਹੁਣ ਆਦੇ ਬਾਈ ਨਾਲ ਜੁੜਿਆ, ਕੇਜਰੀਵਾਲ ਨਾਲ। ਮੈਨੂੰ ਪੂਰੀ ਉਮੀਦ ਹੈ ਵੀ ਮੇਰਾ ਕੰਮ ਹੋ ਜਾਊਗਾ ਜੀ। ਧੰਨਵਾਦ ਜੀ। ਸਬਰ ਕਰੋ, ਬਿਲਕੁਲ ਤੁਸੀਂ ਆਏ ਤਾਂ ਹੋਏਗਾ। ਹਾਂ। ਜਿਵੇਂ ਇਹਨਾਂ ਨੇ ਦਾਅਵਾ ਵੀ ਕੀਤਾ ਹੈ ਆਪਨੇ। ਆਓ ਮੈਨੂੰ ਦਾਅਵਾ ਕੀਤਾ। ਮੇਰੇ ਸਹੁਰੇ ਹੈਗੇ ਗਿੱਦੜਾਲੀ, ਰਾਤ 8 ਵਜੇ ਇਹਨੂੰ ਤੋਲਿਆ ਨੇ ਆਪਣੇ ਦੀਪ ਨੂੰ। ਉੱਥੋਂ ਹੋ ਕੇ ਫਿਰ ਸਾਡੇ ਪਿੰਡ ਇੱਥੇ ਤੋਲਿਆ ਸੀ। ਬਹੁਤ ਜਨਤਾ ਨੇ ਧੰਨਵਾਦ ਕੀਤਾ। ਨਾਲੇ 10-11 ਵੱਜ ਜਾਂਦੇ ਸੀ ਇਹਨੂੰ ਘਰੋਂ ਪਿੰਡ ਨਿਕਲਦਿਆਂ ਹੀ। ਮੈਨੂੰ ਹੁਣ ਪੂਰੀ ਉਮੀਦ ਹੈ ਵੀ ਮੇਰਾ ਕੰਮ ਵੀਰ ਜੀ ਕਰਨਗੇ। ਬਹੁਤ ਬਹੁਤ ਧੰਨਵਾਦ ਇਹਦਾ। ਸੋ ਲੋਕਾਂ ਤੋਂ ਤੁਸੀਂ ਸੁਣਿਆ ਹੈ ਕਿ ਕਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਸਮੱਸਿਆਵਾਂ ਹੈਗਾ। 40 ਸਾਲ ਹੋ ਗਏ ਆ ਉਹਨਾਂ ਨੂੰ ਭਟਕਦੇ ਹੋਏ ਇਨਸਾਫ ਲੈਣ ਵਾਸਤੇ, ਲੇਕਿਨ ਹੁਣ ਉਹਨਾਂ ਨੂੰ ਇੱਕ ਉਮੀਦ ਜਾਗੀ ਹੈ ਕਿ ਆਪ ਦੀ ਸਰਕਾਰ ਆਈ ਹੈ। ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਜਿਹੜੇ ਦਾਅਵੇ ਕੀਤੇ ਹੈਗੇ ਉਹ ਉਹਨਾਂ ਤੇ ਖਰਾ ਉਤਰਨਗੇ ਤੇ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਦੂਰ ਹੋਣਗੀਆਂ। ਅਵਤਾਰ ਸਿੰਘ, ਰੋਜ਼ਾਨਾ ਸਪੋਕਸਮੈਨ ਟੀਵੀ, ਅਬੋਹਰ। ਇਹ ਸਾਰੇ ਭਰਾ ਆਪਦੇ ਕੰਮਾਂ ਵਾਸਤੇ ਆਏ ਹੋਏ ਹੈ, ਕਿਉਂਕਿ ਸਰਕਾਰ ਬਦਲੀ ਹੈ। ਸਾਰਿਆਂ ਨੂੰ ਇੱਕ ਉਮੀਦ ਹੈ
ਕਿ ਇੱਥੇ ਕੰਮ ਹੁੰਦੇ ਆ ਤਾਂ ਹੋ ਵੀ ਰਹੇ ਆ। ਤੁਸੀਂ ਇਹਨਾਂ ਤੋਂ ਵਿਊ ਲਓ ਸਾਰਿਆਂ ਤੋਂ। ਦੇਖੋ, ਮੈਂ ਜਦੋਂ ਚੁਣਾਵ ਲੜ ਰਿਹਾ ਸੀ ਅਵਤਾਰ ਜੀ, ਮੈਂ ਉਦੋਂ ਵੀ ਸਾਰੇ ਭੈਣਾਂ ਭਰਾਵਾਂ ਨੂੰ ਕਿਹਾ ਸੀ ਕਿ ਮੈਂ ਹਾਰਾਂ ਭਾਵੇਂ ਜਿੱਤਾਂ, ਮੈਂ ਤੁਹਾਡੇ ਵਿੱਚ ਰਵਾਂਗਾ। ਮੈਂ ਪਿੰਡ ਦੀ ਪੰਚਾਇਤ ਦੀ ਚੋਣ ਲੜੀ, ਮੈਂ ਉਦੋਂ ਵੀ ਕਿਹਾ ਸੀ ਮੈਂ ਹਾਰਾਂ ਭਾਵੇਂ ਜਿੱਤਾਂ, ਤੁਹਾਡਾ ਕੰਮ ਨਹੀਂ ਖੜਨ ਦਿੰਦਾ, ਵਿੱਚ ਰਹੂੰ। ਲੋਕਾਂ ਨੇ 45,000 ਵੋਟਾਂ ਪਾ ਕੇ ਬੋਰ ਹਲਕੇ ਦੇ ਲੋਕਾਂ ਨੇ ਇੰਨਾ ਮਾਣ ਸਤਿਕਾਰ ਤੇ ਪਿਆਰ ਦਿੱਤਾ ਹੈ, ਤੇ ਮੈਂ ਉਦੋਂ ਵੀ ਕਿਹਾ ਸੀ ਜਿੰਨਾ ਪਿਆਰ ਤੁਸੀਂ ਦੇ ਰਹੇ ਹੋ ਇਲੈਕਸ਼ਨ ਤੋਂ ਬਾਅਦ ਦੁੱਗਣਾ ਚੌਗਣਾ ਕਰਕੇ ਮੋੜਾਂਗਾ। 25 ਦਿਨ ਹੋ ਗਏ ਹੋਣੇ ਆ ਉਦੋਂ ਤੋਂ ਲੈ ਕੇ ਅੱਜ ਤੱਕ ਮੈਂ ਦਫ਼ਤਰ ਦੇ ਵਿੱਚ ਬੈਠਾ, ਸਾਰੀ ਸਾਡੀ ਟੀਮ ਇੱਥੇ ਬੈਠਦੀ ਹੈ। ਹਰ ਤਰ੍ਹਾਂ ਦਾ ਕੰਮ, ਕਿਸੇ ਦਾ ਕੋਈ ਵੀ ਕੰਮ ਹੈ, ਬਿਨਾਂ ਪੱਖਪਾਤ। ਅਸੀਂ ਕਿਸੇ ਨੂੰ ਇਹ ਨਹੀਂ ਪੁੱਛਦੇ ਤੂੰ ਅਕਾਲੀ ਹੈ, ਕਾਂਗਰਸੀ ਹੈ, ਬੀਜੇਪੀ ਹੈ, ਕਿੱਥੋਂ ਆਇਆ ਕਿੱਥੋਂ ਨਹੀਂ। ਪੰਜਾਬ 'ਚ ਆਪ ਦੀ ਸਰਕਾਰ ਬਣਨ ਤੋਂ ਬਾਅਦ ਬਦਲਾਵ ਸਾਫ਼ ਦੇਖਿਆ ਜਾ ਸਕਦਾ ਹੈ ਤੇ ਲੋਕਾਂ ਦੀ ਜਿਹੜੀ ਉਮੀਦ ਹੈ ਉਹ ਇਹਨਾਂ ਦੇ ਆਪ ਦੇ ਹਾਰੇ ਹੋਏ ਉਮੀਦਵਾਰਾਂ ਤੋਂ ਵੀ ਹੈ। ਅਸੀਂ ਇਸ ਸਮੇਂ ਮੌਜੂਦ ਹਾਂ ਅਬੋਹਰ ਤੋਂ ਆਪ ਦੇ ਹਲਕਾ ਪ੍ਰਭਾਰੀ ਕੁਲਦੀਪ ਕੁਮਾਰ ਦੀਪ ਕੰਬੋਜ ਦੇ ਦਫ਼ਤਰ ਦੇ ਬਾਹਰ। ਬੇਸ਼ੱਕ ਇਹ ਚੋਣ ਜ਼ਰੂਰ ਹਾਰ ਗਏ, ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੀ ਜਿਹੜੇ ਲੋਕ ਇੱਥੇ ਪਹੁੰਚ ਰਹੇ ਹੈ। ਮੋਟਰਸਾਈਕਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਦੇ ਮੋਟਰਸਾਈਕਲ ਇੱਥੇ ਖੜੇ ਹੈ, ਜਿਸ ਤੋਂ ਲੱਗਦਾ ਹੈ ਕਿ ਲੋਕਾਂ ਨੂੰ ਇੱਕ ਉਮੀਦ ਹੈ ਕਿ ਆਪ ਦੀ ਸਰਕਾਰ ਹੈ ਜਾਂ ਫਿਰ ਦੀਪ ਕੰਬੋਜ ਹੈ, ਇਹ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨਗੇ ਅਤੇ ਇੱਕ ਬਦਲਾਵ ਜ਼ਰੂਰ ਲੈ ਕੇ ਆਣਗੇ। ਤੇ ਆਪਾਂ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ, ਹਾਲਾਤ ਕਿਸ ਤਰ੍ਹਾਂ ਦੇ ਹੈ, ਰਿਐਲਿਟੀ ਚੈੱਕ ਕਰ ਰਹੇ ਹਾਂ ਕਿ ਅਸਲ 'ਚ ਕੀ ਹੈ। ਮੋਟਰਸਾਈਕਲ ਤੇ ਜੋ ਲੋਕ ਆਏ ਨੇ ਇਹ ਇਹਨਾਂ ਦੇ ਪਾਰਟੀ ਵਰਕਰ ਹੈ ਜਾਂ ਫਿਰ ਲੋਕ ਜਿਹੜੇ ਹੈ ਆਪਣੇ ਕੰਮਕਾਜ ਕਰਾਉਣ ਵਾਸਤੇ ਆਏ। ਤੇ ਆਓ ਆਪਾਂ ਅੰਦਰ ਦੇ ਹਾਲਾਤ ਦੇਖਦੇ ਕੀ ਹੈ। ਬਿਲਕੁਲ ਅਸੀਂ ਦਫ਼ਤਰ ਦੇ ਅੰਦਰ ਪਹੁੰਚ ਚੁੱਕੇ ਹਾਂ। ਕਾਫੀ ਜਿਹੜੀ ਲੋਕਾਂ ਦਾ ਜਿਹੜਾ ਹੈਗਾ ਜਮਾਵੜਾ ਇੱਥੇ ਲੱਗਿਆ ਹੋਇਆ ਹੈ। ਦੀਪ ਕੰਬੋਜ ਵੀ ਇੱਥੇ ਬੈਠੇ ਹੋਏ ਆ। ਲੋਕ ਮੇਰੇ ਖਿਆਲ 'ਚ ਕੋਈ ਇਹਨਾਂ ਤੋਂ ਕੰਮ ਕਰਵਾ ਰਹੇ, ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਕਿ ਲੋਕ ਕੰਮ ਕਰਵਾਉਣਾ ਹੈ ਜਾਂ ਫਿਰ ਇਹਨਾਂ ਦੇ ਜਿਹੜੇ ਪਾਰਟੀ ਦੇ ਵਰਕਰ ਹੀ ਹੈਗੇ। ਦੀਪ ਕੰਬੋਜ ਵੀ ਮੇਰੇ ਖਿਆਲ 'ਚ ਕਿਸੇ ਪੱਤਰ ਤੇ ਸਾਈਨ ਵੀ ਕਰ ਰਹੇ ਆ। ਹਾਂਜੀ ਦੀਪ ਜੀ, ਕੀ ਹਾਲ ਹੈ? ਵਧੀਆ ਸਰ, ਵਧੀਆ, ਬਹੁਤ ਵਧੀਆ। ਹਾਂਜੀ ਸਰ, ਅਸੀਂ ਤਾਂ ਜੀ ਚੈੱਕ ਕਰਨ ਆਏ ਸੀ ਕਿ ਕੰਮ ਕਰ ਰਹੇ ਹੋ ਜਾਂ ਫਿਰ ਤੁਹਾਡੇ ਪਾਰਟੀ ਦੇ ਜਿਹੜੇ ਵਰਕਰ ਹੀ ਇੱਥੇ ਪਹੁੰਚੇ ਹੋਏ ਆ ਸਾਰੇ? ਨਹੀਂ, ਵਰਕਰ ਤਾਂ ਸਾਰੇ ਵਾਰਡਾਂ 'ਚ ਆਪਦਾ ਕੰਮ ਸੰਭਾਲ ਰਹੇ ਆ। ਇਹ ਸਾਰੇ ਭਰਾ ਆਪਦੇ ਕੰਮਾਂ ਵਾਸਤੇ ਆਏ ਹੋਏ ਆ, ਕਿਉਂਕਿ ਸਰਕਾਰ ਬਦਲੀ ਹੈ। ਸਾਰਿਆਂ ਨੂੰ ਇੱਕ ਉਮੀਦ ਹੈ ਕਿ ਇੱਥੇ ਕੰਮ ਹੁੰਦੇ ਆ ਤਾਂ ਹੋ ਵੀ ਰਹੇ ਆ। ਤੁਸੀਂ ਇਹਨਾਂ ਤੋਂ ਵਿਊ ਲਓ ਸਾਰਿਆਂ ਤੋਂ। ਲੋਕਾਂ ਨੂੰ ਉਮੀਦ ਹੁੰਦੀ ਹੈ ਕਿ ਜਿਹੜੇ ਜਿੱਤ ਜਾਂਦੇ ਆ ਜਿਹੜੇ ਉਮੀਦਵਾਰ, ਉਹਨਾਂ ਤੱਕ ਉਮੀਦ ਹੁੰਦੀ ਹੈ, ਲੇਕਿਨ ਉਹ ਵੀ ਜਿਹੜੇ ਉਹਨਾਂ ਦੀ ਉਮੀਦਾਂ ਤੇ ਖਰਾ ਨਹੀਂ ਉਤਰਦੇ। ਤੁਸੀਂ ਬੇਸ਼ੱਕ ਚੋਣ ਹਾਰ ਗਏ ਤੇ ਲੇਕਿਨ ਫਿਰ ਵੀ ਦੇਖ ਰਹੇ ਆ ਕਿ ਲੋਕ ਤੁਹਾਡੇ ਨਾਲ ਬਹੁਤ ਜੁੜੇ ਆ, ਉਹਨਾਂ ਨੂੰ ਇੱਕ ਉਮੀਦ ਹੈ ਕਿ ਸ਼ਾਇਦ ਉਹਨਾਂ ਤੱਕ ਜਾਵਾਂਗੇ ਤੇ ਕੰਮ ਹੋਊਗਾ। ਕੀ ਮੰਨਦੇ? ਦੇਖੋ, ਮੈਂ ਜਦੋਂ ਚੁਣਾਵ ਲੜ ਰਿਹਾ ਸੀ ਅਵਤਾਰ ਜੀ, ਮੈਂ ਉਦੋਂ ਵੀ ਸਾਰੇ ਭੈਣਾਂ ਭਰਾਵਾਂ ਨੂੰ ਕਿਹਾ ਸੀ ਕਿ ਮੈਂ ਹਾਰਾਂ ਭਾਵੇਂ ਜਿੱਤਾਂ, ਮੈਂ ਤੁਹਾਡੇ ਵਿੱਚ ਰਵਾਂਗਾ। ਮੈਂ ਪਿੰਡ ਦੀ ਪੰਚਾਇਤ ਦੀ ਚੋਣ ਲੜੀ, ਮੈਂ ਉਦੋਂ ਵੀ ਕਿਹਾ ਸੀ ਮੈਂ ਹਾਰਾਂ ਭਾਵੇਂ ਜਿੱਤਾਂ, ਤੁਹਾਡਾ ਕੰਮ ਨਹੀਂ ਖੜਨ ਦਿੰਦਾ, ਵਿੱਚ ਰਹੂੰ। ਅੱਜ ਲੋਕਾਂ ਨੇ 45,000 ਵੋਟਾਂ ਪਾ ਕੇ ਬੋਰ ਹਲਕੇ ਦੇ ਲੋਕਾਂ ਨੇ ਇੰਨਾ ਮਾਣ ਸਤਿਕਾਰ ਤੇ ਪਿਆਰ ਦਿੱਤਾ ਹੈ, ਤੇ ਮੈਂ ਉਦੋਂ ਵੀ ਕਿਹਾ ਸੀ ਜਿੰਨਾ ਪਿਆਰ ਤੁਸੀਂ ਦੇ ਰਹੇ ਹੋ ਇਲੈਕਸ਼ਨ ਤੋਂ ਬਾਅਦ ਦੁੱਗਣਾ ਚੌਗਣਾ ਕਰਕੇ ਮੋੜਾਂਗਾ। ਉਸੇ ਕੜੀ ਤਹਿਤ ਮੈਂ ਇੱਥੇ ਬੈਠਾ। ਜਿੱਦਣ ਦਾ ਰਿਜ਼ਲਟ ਆਇਆ ਉਦੋਂ ਸ਼ਾਮ ਨੂੰ ਧੰਨਵਾਦੀ ਦੌਰਾ ਸਭ ਤੋਂ ਪਹਿਲਾਂ ਪੰਜਾਬ 'ਚ ਮੈਂ ਕੀਤਾ ਸੀ, ਮੇਰੀ ਟੀਮ ਨੇ ਕੀਤਾ ਸੀ, ਹਾਰਨ ਤੋਂ ਬਾਅਦ ਵੀ। ਤਾਂ ਉਸ ਤੋਂ ਬਾਅਦ ਅਗਲੇ ਦਿਨ ਤੋਂ ਅੱਜ ਤੱਕ, ਅੱਜ ਮੈਨੂੰ ਲੱਗਦਾ 25 ਦਿਨ ਹੋ ਗਏ ਹੋਣੇ ਆ, ਉਦੋਂ ਤੋਂ ਲੈ ਕੇ ਅੱਜ ਤੱਕ ਮੈਂ ਦਫ਼ਤਰ ਦੇ ਵਿੱਚ ਬੈਠਾ, ਸਾਰੀ ਸਾਡੀ ਟੀਮ ਇੱਥੇ ਬੈਠਦੀ ਹੈ। ਹਰ ਤਰ੍ਹਾਂ ਦਾ ਕੰਮ, ਕਿਸੇ ਦਾ ਕੋਈ ਵੀ ਕੰਮ ਹੈ, ਬਿਨਾਂ ਪੱਖਪਾਤ। ਅਸੀਂ ਕਿਸੇ ਨੂੰ ਇਹ ਨਹੀਂ ਪੁੱਛਦੇ ਤੂੰ ਅਕਾਲੀ ਹੈ, ਕਾਂਗਰਸੀ ਹੈ, ਬੀਜੇਪੀ ਹੈ, ਕਿੱਥੋਂ ਆਇਆ ਕਿੱਥੋਂ ਨਹੀਂ। ਜੇ ਉਹਦਾ ਕੰਮ ਜਾਇਜ਼ ਹੈ ਤਾਂ ਹੋਏਗਾ, ਨਜਾਇਜ਼ ਹੈ ਤਾਂ ਨਹੀਂ ਹੋਏਗਾ। ਅਧਿਕਾਰੀਆਂ ਨੂੰ ਵੀ ਬੇਨਤੀ ਕੀਤੀ ਹੈ, ਜਿੱਥੇ ਸਾਡੀ ਲੋੜ ਪੈਂਦੀ ਹੈ ਫੋਨ ਕਰਕੇ ਕਹਿਣਾ ਪੈਂਦਾ ਹੈ, ਜਾਂ ਕੋਈ ਐਪਲੀਕੇਸ਼ਨ ਹੈ ਜਿਵੇਂ ਬਹੁਤ ਆਉਂਦੀਆਂ ਹੈ, ਤਾਂ ਜਿੰਨਾ ਵੀ ਕੰਮ ਹੈ ਸਾਰਾ ਆਪ ਚੈੱਕ ਕਰਕੇ ਫਿਰ ਮੇਨ ਕਿਸ ਤਰ੍ਹਾਂ ਦੀ ਜਿਹੜੀ ਐਪਲੀਕੇਸ਼ਨਸ ਆ ਰਹੀ ਹੈ, ਇਹ ਲੋਕਾਂ ਦੀ ਸਮੱਸਿਆ ਕੀ ਰਹੀ ਹੈ? ਮੇਨ ਥਾਣਿਆਂ ਦੇ ਕੇਸਿਸ ਬਹੁਤ ਸਾਰੇ ਆ ਰਹੇ ਹੈ। ਮੈਨੂੰ ਇਹ ਕਹਿਣ 'ਚ ਕੋਈ ਹਰਜ ਨਹੀਂ, ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੂੰ ਜਿਹੜਾ ਹਾਈਜੈਕ ਕੀਤਾ ਹੋਇਆ ਸੀ ਪੋਲੀਟੀਕਲ ਲੀਡਰਾਂ ਨੇ, ਤਾਂ ਜੇ ਕੋਈ ਗਰੀਬ ਬੰਦਾ ਹੁੰਦਾ ਸੀ ਉਹਦੇ ਨਾਲ ਧੱਕਾ ਵੀ ਹੋਇਆ ਹੁੰਦਾ ਸੀ, ਪਰਚਾ ਵੀ ਉਹਦੇ ਤੇ ਹੁੰਦਾ ਸੀ। ਤਾਂ ਹੁਣ ਜਿਹੜਾ ਲੋਕਾਂ ਨੂੰ ਮਹਿਸੂਸ ਹੋ ਰਿਹਾ ਕਿ ਥੋੜੀ ਅਕਸਰ ਹੀ ਝਿਜਕਦੇ ਸੀਗੇ ਕਿ ਥਾਣੇ ਦੇ ਵਿੱਚ ਜਾਣ ਲਈ ਉਹਨਾਂ ਨੂੰ ਇੱਕ ਪੰਜਾਬੀ ਦਾ ਇੱਕ ਸ਼ਬਦ ਹੈ ਦਲਾਲ ਕੋਈ ਲੱਭਣਾ ਪੈਂਦਾ ਸੀ। ਹਾਂਜੀ ਬਿਲਕੁਲ, ਹੁਣ ਸਾਰਾ ਕੁਝ ਡਾਇਰੈਕਟ ਕਰਤਾ ਹੈ। ਮੈਂ ਸਾਰੇ ਹਲਕਾ ਨਿਵਾਸੀਆਂ ਨੂੰ, ਸ਼ਹਿਰ ਵਾਸੀਆਂ ਨੂੰ, ਲੋਕਾਂ ਨੂੰ ਵੀ ਬੇਨਤੀ ਕੀਤੀ, ਆਹ ਦਫ਼ਤਰ ਹੈ ਅੱਜ ਵੀ ਖੁੱਲਾ ਹੈ, 5 ਸਾਲ ਖੁੱਲਾ ਰਹੂਗਾ। ਇੱਥੇ ਬੈਠੇ ਆ, ਕਿਸੇ ਨੂੰ ਵਿੱਚ ਪਾਉਣ ਦੀ ਲੋੜ ਨਹੀਂ, ਕਿਸੇ ਨੂੰ ਨਾਲ ਲਿਆਉਣ ਦੀ ਲੋੜ ਨਹੀਂ, ਸਿੱਧਾ ਬੈਠੇ ਆ, ਕੋਈ ਮਰਜ਼ੀ ਆ ਕੇ ਮਿਲ ਸਕਦਾ। ਕੀ ਹੈ ਕਿ ਜੀ ਤੁਸੀਂ ਕੀ ਸਮੱਸਿਆ ਲੈ ਕੇ ਆਏ ਹੋ ਭਾਈ ਜੀ? ਸਮੱਸਿਆ ਜੀ ਮੇਰੀ ਹੈ 15 ਤਰੀਕ ਨੂੰ ਲੁੱਟਪਾਟ ਹੋਈ ਹੈ ਮੇਰੀ। ਅੱਛਾ ਜੀ। ਮਟਰ ਲੈ ਕੇ ਗਏ ਸੀ ਨਿਆਲ ਖੇੜੇ, ਵਪਾਰੀ ਨੇ ਲਏ ਸੀ। 10:15 ਵਜੇ ਚੂੜੀ ਵਾਲਾ ਤੰਨਾ ਤੇ ਨਿਆਲ ਖੇੜੇ ਦੇ ਵਿਚਾਲੇ 10:15 ਵਜੇ ਹਥਿਆਰ ਲੈ ਕੇ 4 ਬੰਦੇ, ਸਵਿਫਟ ਕਾਰ ਸੀ ਚਿੱਟੇ ਰੰਗ ਦੀ, ਤੇ ਉਹਨਾਂ ਨੇ ਲੁੱਟਿਆ ਹੈ, ਜੇਬ ਪਾੜ ਕੇ ਲੈ ਗਏ। ਤੇ ਫਿਰ ਪੁਲਿਸ ਕੋਲੇ ਗਏ? ਹਾਂ ਗਏ ਆ ਜੀ, FIR ਕਰਾਈ ਹੈ ਖੂਹੀ ਖੇੜਾ ਨੂੰ, ਉਹਨਾਂ ਨੇ ਅਜੇ ਕੋਈ ਕਾਰਵਾਈ ਨਹੀਂ ਕੀਤੀ। ਹਾਂਜੀ, ਤੁਸੀਂ ਕੀ ਸਮੱਸਿਆ ਲੈ ਕੇ ਆਏ ਹੋ? ਮੇਰੀ ਸਮੱਸਿਆ ਇਹ ਹੈ ਜੀ, ਮੈਨੂੰ 40 ਸਾਲ ਹੋ ਗਏ ਜਾਖੜਾਂ ਨੂੰ ਵੋਟਾਂ ਪਾਉਂਦਿਆਂ ਨੂੰ।
ਮੈਂ ਗਰੀਬ ਬੰਦਾ ਜੀ, ਮੇਰੇ ਕੋਲ ਕੁੜੀਆਂ ਹੈਗੀਆਂ ਜੀ। ਮੇਰਾ ਇਹਨਾਂ ਕੋਈ ਮਸਲਾ ਹੱਲ ਨਹੀਂ ਕੀਤਾ। ਮੇਰਾ ਹੁਣ ਮਕਾਨ ਪਾਟ ਗਿਆ ਸੀ, 5 ਸਾਲ ਮੈਨੂੰ ਹੋਰ ਰੋਕੀ ਆਏ ਨੇ। ਮੇਰਾ ਕੋਈ ਮਕਾਨ ਨਹੀਂ ਬਣਾਇਆ, ਨਾ ਕੋਈ ਕੁਛ ਨਹੀਂ ਪਾਇਆ। ਦਿੱਤੇ ਸੀਗੇ ਸਰਕਾਰ ਨੇ ਪਹਿਲਾਂ ਮਕਾਨ ਵੀ ਦਿੱਤੇ ਸੀ। ਆਹ ਦਿੱਤੇ ਸੀ, ਪਰ ਮੇਰਾ ਪਿੰਡ ਵਾਲਾ ਕੋਈ ਮਸਲਾ ਹੱਲ ਨਹੀਂ ਕੀਤਾ। ਇਹਨਾਂ 5 ਕਮੇਟੀ ਬਣਾਈ, ਉਹ ਆਪ ਹੀ ਮੈਂਬਰ ਖਾ ਖੂ ਗਏ ਜੀ। ਕੋਈ ਗਰੀਬਾਂ ਦਾ ਮਸਲਾ ਹੱਲ ਨਹੀਂ ਹੋਇਆ ਜੀ। ਮੈਂ ਹੁਣ ਲੱਗਦਾ ਕਿ ਇਸ ਵਾਸਤੇ ਮੈਂ ਹੁਣ ਆਦੇ ਬਾਈ ਨਾਲ ਜੁੜਿਆ, ਕੇਜਰੀਵਾਲ ਨਾਲ। ਮੈਨੂੰ ਪੂਰੀ ਉਮੀਦ ਹੈ ਵੀ ਮੇਰਾ ਕੰਮ ਹੋ ਜਾਊਗਾ ਜੀ। ਧੰਨਵਾਦ ਜੀ। ਸਬਰ ਕਰੋ, ਬਿਲਕੁਲ ਤੁਸੀਂ ਆਏ ਤਾਂ ਹੋਏਗਾ। ਹਾਂ। ਜਿਵੇਂ ਇਹਨਾਂ ਨੇ ਦਾਅਵਾ ਵੀ ਕੀਤਾ ਹੈ ਆਪਨੇ। ਆਓ ਮੈਨੂੰ ਦਾਅਵਾ ਕੀਤਾ। ਮੇਰੇ ਸਹੁਰੇ ਹੈਗੇ ਗਿੱਦੜਾਲੀ, ਰਾਤ 8 ਵਜੇ ਇਹਨੂੰ ਤੋਲਿਆ ਨੇ ਆਪਣੇ ਦੀਪ ਨੂੰ। ਉੱਥੋਂ ਹੋ ਕੇ ਫਿਰ ਸਾਡੇ ਪਿੰਡ ਇੱਥੇ ਤੋਲਿਆ ਸੀ। ਬਹੁਤ ਜਨਤਾ ਨੇ ਧੰਨਵਾਦ ਕੀਤਾ। ਨਾਲੇ 10-11 ਵੱਜ ਜਾਂਦੇ ਸੀ ਇਹਨੂੰ ਘਰੋਂ ਪਿੰਡ ਨਿਕਲਦਿਆਂ ਹੀ। ਮੈਨੂੰ ਹੁਣ ਪੂਰੀ ਉਮੀਦ ਹੈ ਵੀ ਮੇਰਾ ਕੰਮ ਵੀਰ ਜੀ ਕਰਨਗੇ। ਬਹੁਤ ਬਹੁਤ ਧੰਨਵਾਦ ਇਹਦਾ। ਸੋ ਲੋਕਾਂ ਤੋਂ ਤੁਸੀਂ ਸੁਣਿਆ ਹੈ ਕਿ ਕਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਸਮੱਸਿਆਵਾਂ ਹੈਗਾ। 40-40 ਸਾਲ ਹੋ ਗਏ ਆ ਉਹਨਾਂ ਨੂੰ ਭਟਕਦੇ ਹੋਏ ਇਨਸਾਫ ਲੈਣ ਵਾਸਤੇ, ਲੇਕਿਨ ਹੁਣ ਉਹਨਾਂ ਨੂੰ ਇੱਕ ਉਮੀਦ ਜਾਗੀ ਹੈ ਕਿ ਆਪ ਦੀ ਸਰਕਾਰ ਆਈ ਹੈ। ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਜਿਹੜੇ ਦਾਅਵੇ ਕੀਤੇ ਹੈਗੇ ਉਹ ਉਹਨਾਂ ਤੇ ਖਰਾ ਉਤਰਨਗੇ ਤੇ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਦੂਰ ਹੋਣਗੀਆਂ। ਅਵਤਾਰ ਸਿੰਘ, ਰੋਜ਼ਾਨਾ ਸਪੋਕਸਮੈਨ ਟੀਵੀ, ਅਬੋਹਰ।